ਸਤਿ ਸ਼੍ਰੀ ਅਕਾਲ ਜੀ। ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ। ਦੋਸਤੋ, ਹਾਜ਼ਰ ਹੋਏ ਹਾਂ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਬੇਹੱਦ ਪਸੰਦ ਆਵੇਗੀ। ਮੇਰੀ ਪਤਨੀ ਹਰ ਰੋਜ਼ ਆਪਣੇ ਕੀਤੇ 'ਤੇ ਪਛਤਾਉਂਦੀ ਰਹਿੰਦੀ। ਮੈਨੂੰ ਮਾਫ਼ ਕਰ ਦਿਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਇੱਕ ਵਾਰ ਮੇਰੇ 'ਤੇ ਥੋੜ੍ਹਾ ਭਰੋਸਾ ਕਰੋ। ਪਰ ਭਰੋਸਾ ਤਾਂ ਕੀ, ਮੇਰਾ ਤਾਂ ਸਾਰੀ ਦੁਨੀਆ ਦੀਆਂ ਔਰਤਾਂ ਤੋਂ ਵਿਸ਼ਵਾਸ ਖਤਮ ਹੋ ਚੁੱਕਿਆ ਸੀ। ਹੁਣ ਮੈਨੂੰ ਦੁਨੀਆ ਦੀ ਕਿਸੇ ਵੀ ਔਰਤ 'ਤੇ ਬਿਲਕੁਲ ਵੀ ਭਰੋਸਾ ਨਹੀਂ ਸੀ। ਜੇਕਰ ਤੁਸੀਂ ਮੇਰੀ ਕਹਾਣੀ ਨੂੰ ਪੂਰਾ ਸੁਣੋਗੇ ਤਾਂ ਸ਼ਾਇਦ ਤੁਸੀਂ ਵੀ ਮੇਰੀ ਗੱਲ ਨਾਲ ਸਹਿਮਤ ਹੋਵੋਗੇ। ਇਹ ਮੇਰੀ ਸੱਚੀ ਕਹਾਣੀ ਹੈ। ਇਹ ਕਹਾਣੀ ਇੱਕ ਪਰਿਵਾਰਕ ਜੀਵਨ ਨਾਲ ਸੰਬੰਧਿਤ ਹੈ, ਜਿਸ ਨੂੰ ਸੁਣ ਕੇ ਤੁਹਾਨੂੰ ਵੀ ਬਹੁਤ ਸਾਰੀਆਂ ਗੱਲਾਂ ਸਿੱਖਣ ਅਤੇ ਸਮਝਣ ਨੂੰ ਮਿਲਣਗੀਆਂ। ਪਰ ਦੋਸਤੋ, ਕਹਾਣੀ ਵਿੱਚ ਅੱਗੇ ਵਧਣ ਤੋਂ ਪਹਿਲਾਂ ਉਹੀ ਪੁਰਾਣੀ ਰਿਕੁਐਸਟ ਹੈ ਕਿ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਲਾਈਕ ਜ਼ਰੂਰ ਕਰ ਦੇਣਾ, ਜਿਸ ਨਾਲ ਕਿ ਸਾਡਾ ਹੌਸਲਾ ਵੱਧਦਾ ਰਹੇ। ਅਤੇ ਦੋਸਤੋ, ਮੈਂ ਤੁਹਾਡੇ ਲਈ ਨਵੀਆਂ ਕਹਾਣੀਆਂ ਲੈ ਕੇ ਆਉਂਦੀ ਰਹੂੰਗੀ। ਚਲੋ ਦੋਸਤੋ, ਚੱਲਦੇ ਹਾਂ ਉਸ ਕਹਾਣੀ ਦੇ ਵੱਲ ਅਤੇ ਜਾਣਦੇ ਹਾਂ ਕਿ ਆਖਿਰ ਹੋਇਆ ਕੀ ਸੀ। ਮੇਰਾ ਨਾਮ ਤੇਗਬੀਰ ਹੈ। ਮੈਂ ਕਮਾਉਣ ਲਈ ਵਿਦੇਸ਼ ਵਿੱਚ ਆਇਆ ਤਾਂ ਇੱਥੋਂ ਦਾ ਹੋ ਕੇ ਹੀ ਰਹਿ ਗਿਆ। ਜਦੋਂ ਮੈਂ ਆਪਣਾ ਦੇਸ਼ ਛੱਡਿਆ ਸੀ, ਉਦੋਂ ਮੇਰੀ ਉਮਰ 19 ਸਾਲ ਦੀ ਸੀ। ਮੇਰੀਆਂ ਅੱਖਾਂ ਵਿੱਚ ਕੁਝ ਬਣਨ ਦਾ ਜਨੂੰਨ ਸੀ। ਪਿੱਛੇ ਮੈਂ ਆਪਣੇ ਮਾਂ-ਬਾਪ ਨੂੰ ਛੱਡ ਕੇ ਆਇਆ ਸੀ। ਉਹਨਾਂ ਨੇ ਮੈਨੂੰ ਬਹੁਤ ਮਨ੍ਹਾ ਕੀਤਾ ਸੀ, ਪਰ ਮੈਂ ਆਪਣੇ ਘਰ ਦੀ ਗਰੀਬੀ ਅਤੇ ਆਰਥਿਕ ਹਾਲਤ ਤੋਂ ਬਹੁਤ ਪਰੇਸ਼ਾਨ ਸੀ। ਮੇਰੇ ਪਾਪਾ ਇੱਕ ਮਾਮੂਲੀ ਜਿਹੇ ਚੌਕੀਦਾਰ ਸਨ, ਜੋ ਕਿਸੇ ਬੰਗਲੇ ਵਿੱਚ ਚੌਕੀਦਾਰੀ ਕਰਦੇ ਸਨ। ਉਸ ਦੇ ਬਦਲੇ ਉਹਨਾਂ ਨੂੰ ਮਹੀਨਿਆਂ ਦੇ ਅਖੀਰ ਵਿੱਚ ਬਹੁਤ ਹੀ ਘੱਟ ਤਨਖਾਹ ਦਿੱਤੀ ਜਾਂਦੀ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਵੀ ਬੜਾ ਮੁਸ਼ਕਲ ਸੀ। ਇੱਥੋਂ ਤੱਕ ਕਿ ਮਹੀਨੇ ਦੇ ਆਖਰੀ ਦਿਨਾਂ ਵਿੱਚ ਸਾਨੂੰ ਦੁਕਾਨ ਤੋਂ ਉਧਾਰ ਲੈਣਾ ਪੈਂਦਾ ਸੀ। ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਹੁੰਦਾ ਸੀ। ਕਦੀ-ਕਦੀ ਸਾਨੂੰ ਭੁੱਖਾ ਵੀ ਸੌਣਾ ਪੈਂਦਾ ਸੀ। ਅਜਿਹੇ ਵਿੱਚ ਕਦੇ-ਕਦੇ ਮੰਮੀ ਅਤੇ ਪਾਪਾ ਦੀ ਲੜਾਈ ਵੀ ਹੋ ਜਾਇਆ ਕਰਦੀ ਸੀ। ਮੰਮੀ ਪਾਪਾ 'ਤੇ ਇਸ ਗੱਲ ਲਈ ਜ਼ੋਰ ਦਿੰਦੀ ਸੀ ਕਿ ਇਹ ਨੌਕਰੀ ਛੱਡ ਕੇ ਤੂੰ ਕਿਸੇ ਦੂਜੀ ਨੌਕਰੀ ਦੀ ਤਲਾਸ਼ ਕਰ, ਪਰ ਪਾਪਾ ਮੰਮੀ ਦੀ ਗੱਲ ਨਹੀਂ ਮੰਨਦੇ ਸਨ ਅਤੇ ਇਹੀ ਕਹਿੰਦੇ ਕਿ ਇਸ ਜ਼ਮਾਨੇ ਵਿੱਚ ਨੌਕਰੀ ਮਿਲਣਾ ਆਸਾਨ ਨਹੀਂ ਹੈ। ਜੇਕਰ ਮੈਨੂੰ ਇਹ ਨੌਕਰੀ ਮਿਲੀ ਹੋਈ ਹੈ ਤਾਂ ਇਸ ਨੂੰ ਰੱਬ ਦੀ ਕਿਰਪਾ ਸਮਝੋ। ਪਰ ਜਦੋਂ ਮੰਮੀ ਮੈਨੂੰ ਭੁੱਖੇ ਨੂੰ ਸੁੱਤਾ ਵੇਖਦੀ ਤਾਂ ਉਸ ਦਾ ਮਨ ਬੜਾ ਦੁਖੀ ਹੁੰਦਾ, ਕਿਉਂਕਿ ਮੈਂ ਇਕਲੌਤਾ ਬੇਟਾ ਸੀ ਅਤੇ ਆਪਣੇ ਇਕਲੌਤੇ ਬੇਟੇ ਨੂੰ ਹੀ ਭੁੱਖੇ ਸੌਂਦੇ ਦੇਖਣਾ ਬਹੁਤ ਮੁਸ਼ਕਲ ਗੱਲ ਸੀ। ਮੰਮੀ ਪਾਪਾ ਨਾਲ ਝਗੜਾ ਕਰਦੀ ਕਿ ਕੋਈ ਦੂਜੀ ਨੌਕਰੀ ਕਰ ਲੈ, ਘੱਟ ਤੋਂ ਘੱਟ ਉਹ ਆਪਣੇ ਬੱਚੇ ਨੂੰ ਤਾਂ ਪੇਟ ਭਰ ਕੇ ਖਾਣਾ ਖਵਾ ਸਕਣ। ਪਰ ਪਾਪਾ ਇਸ ਗੱਲ ਨੂੰ ਨਹੀਂ ਸਮਝਦੇ ਸਨ। ਉਹਨਾਂ ਨੂੰ ਇਹ ਸੀ ਕਿ ਜੇਕਰ ਉਹਨਾਂ ਨੇ ਇਹ ਨੌਕਰੀ ਛੱਡ ਦਿੱਤੀ ਤਾਂ ਉਹ ਨੁਕਸਾਨ ਵਿੱਚ ਚਲੇ ਜਾਣਗੇ। ਇਸ ਲਈ ਹੀ ਪਾਪਾ ਇਸ ਨੌਕਰੀ ਨੂੰ ਛੱਡਣ ਦੀ ਹਿੰਮਤ ਨਹੀਂ ਕਰ ਪਾਉਂਦੇ ਸੀ। ਮੈਂ ਆਪਣੀ 10ਵੀਂ ਤੱਕ ਦੀ ਪੜ੍ਹਾਈ ਸਰਕਾਰੀ ਸਕੂਲ ਵਿੱਚ ਕੀਤੀ, ਪਰ ਫਿਰ ਵੀ ਮੈਂ ਪੜ੍ਹਾਈ ਪੂਰਾ ਮਨ ਲਗਾ ਕੇ ਕਰਦਾ ਸੀ। ਬਚਪਨ ਤੋਂ ਹੀ ਗਰੀਬੀ ਨੇ ਮੇਰੇ ਦਿਲ 'ਤੇ ਇੱਕ ਡੂੰਘੀ ਛਾਪ ਛੱਡੀ ਸੀ। ਇਸ ਲਈ ਹੀ ਮੈਂ ਪੂਰੇ ਮਨ ਨਾਲ ਪੜ੍ਹਦਾ ਸੀ, ਕਿਉਂਕਿ ਮੰਮੀ ਮੈਨੂੰ ਅਕਸਰ ਹੀ ਕਹਿੰਦੀ ਸੀ ਕਿ ਜਦੋਂ ਤੂੰ ਪੜ੍ਹ ਲਿਖ ਕੇ ਕੁਝ ਬਣ ਜਾਵੇਂਗਾ ਤਾਂ ਸਾਡੇ ਦਿਨ ਵੀ ਫਿਰ ਜਾਣਗੇ ਅਤੇ ਅਸੀਂ ਵੀ ਪੇਟ ਭਰ ਕੇ ਚੰਗਾ ਭੋਜਨ ਕਰ ਸਕਾਂਗੇ। ਮੰਮੀ ਦੀ ਇਹ ਗੱਲ ਸੁਣ ਕੇ ਮੇਰਾ ਦਿਲ ਬੁਰੀ ਤਰ੍ਹਾਂ ਨਾਲ ਦੁਖੀ ਹੋ ਜਾਂਦਾ ਸੀ। ਹੁਣ ਮਾਂ ਸਮਝਦੀ ਸੀ ਕਿ ਮੈਂ ਅਜੇ ਬੱਚਾ ਹਾਂ। ਉਹਨਾਂ ਦੀ ਇਸ ਗੱਲ ਦੀ ਡੂੰਘਾਈ ਨੂੰ ਅਜੇ ਮੈਂ ਨਹੀਂ ਸਮਝ ਸਕਦਾ। ਇਸ ਲਈ ਉਹ ਜਦੋਂ ਵੀ ਗਰੀਬੀ ਤੋਂ ਬੇਹੱਦ ਤੰਗ ਆ ਜਾਂਦੀ ਸੀ ਤਾਂ ਉਦੋਂ ਮੇਰੇ ਨਾਲ ਦਿਲ ਦੀਆਂ ਗੱਲਾਂ ਕਰਿਆ ਕਰਦੀ ਸੀ, ਕਿਉਂਕਿ ਮੰਮੀ ਦੇ ਦਿਲ ਦੀ ਗੱਲ ਸੁਣਨ ਵਾਲਾ ਕੋਈ ਵੀ ਨਹੀਂ ਸੀ। ਪਾਪਾ ਸਵੇਰੇ ਹਨੇਰੇ ਵਿੱਚ ਹੀ ਚਲੇ ਜਾਂਦੇ ਸਨ ਅਤੇ ਫਿਰ ਉਸ ਤੋਂ ਬਾਅਦ ਰਾਤ ਨੂੰ ਹੀ ਵਾਪਸ ਆਉਂਦੇ ਸਨ। ਕਦੇ-ਕਦੇ ਤਾਂ ਪਾਪਾ ਉੱਥੇ ਹੀ ਰੁਕ ਜਾਂਦੇ ਸੀ। ਅਜਿਹੇ ਵਿੱਚ ਮੰਮੀ ਘਰ ਵਿੱਚ ਇਕੱਲੀ ਰਹਿ ਜਾਂਦੀ ਸੀ ਅਤੇ ਅਜਿਹੇ ਵਿੱਚ ਮੰਮੀ ਨੇ ਮੈਨੂੰ ਹੀ ਆਪਣੀ ਤਨਹਾਈਆਂ ਦਾ ਸਾਥੀ ਬਣਾ ਲਿਆ ਸੀ। ਮੰਮੀ ਸਾਰਾ ਦਿਨ ਮੇਰੇ ਨਾਲ ਗੱਲਾਂ ਕਰਿਆ ਕਰਦੀ ਸੀ ਅਤੇ ਮੈਂ ਵੀ ਮੰਮੀ ਦੀਆਂ ਗੱਲਾਂ ਪੂਰੇ ਦਿਲ ਤੋਂ ਸੁਣਦਾ ਸੀ। ਮੈਨੂੰ ਮੰਮੀ ਅਕਸਰ ਹੀ ਕਹਿੰਦੀ ਸੀ ਕਿ ਮੈਨੂੰ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਤੂੰ ਪੜ੍ਹ ਲਿਖ ਕੇ ਵੱਡਾ ਆਦਮੀ ਬਣੇਗਾ ਅਤੇ ਸਾਡੀ ਗਰੀਬੀ ਦੇ ਦਿਨ ਵੀ ਖਤਮ ਹੋ ਜਾਣਗੇ ਅਤੇ ਫਿਰ ਮੈਂ ਵੀ ਆਪਣੀ ਜ਼ਿੰਦਗੀ ਸਕੂਨ ਨਾਲ ਜਿਉਂ ਸਕੂੰਗੀ। ਮੰਮੀ ਦੀਆਂ ਗੱਲਾਂ ਸੁਣ ਕੇ ਮੈਂ ਖਾਮੋਸ਼ੀ ਨਾਲ ਮੰਮੀ ਦੀ ਸ਼ਕਲ ਵੱਲ ਵੇਖਦਾ ਰਹਿੰਦਾ, ਪਰ ਬਚਪਨ ਵਿੱਚ ਹੀ ਮੇਰੇ ਦਿਮਾਗ ਵਿੱਚ ਇਹ ਗੱਲ ਬੈਠ ਗਈ ਸੀ ਕਿ ਮੰਮੀ ਦੇ ਲਈ ਮੈਂ ਵੱਡਾ ਆਦਮੀ ਬਣਨਾ ਹੈ ਅਤੇ ਉਸ ਨੂੰ ਦੁਨੀਆ ਦਾ ਹਰ ਸੁੱਖ ਦੇਣਾ ਹੈ। ਇਸੇ ਕਰਕੇ ਮੈਂ ਬਚਪਨ ਵਿੱਚ ਹੀ ਬਹੁਤ ਸਮਝਦਾਰ ਹੋ ਗਿਆ ਸੀ। ਮੈਂ ਮੰਮੀ ਨੂੰ ਕਦੇ ਵੀ ਕੋਈ ਅਜਿਹੀ ਜਿੱਦ ਨਹੀਂ ਕਰਦਾ ਸੀ ਕਿ ਜਿਸ ਨਾਲ ਮੰਮੀ ਨੂੰ ਪਰੇਸ਼ਾਨੀ ਉਠਾਉਣੀ ਪਵੇ, ਕਿਉਂਕਿ ਮੈਂ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦਾ ਸੀ। ਮੇਰੀ ਮਾਂ ਇੱਕ ਚੰਗੇ ਪਰਿਵਾਰ ਵਿੱਚੋਂ ਸੀ, ਪਰ ਉਸ ਦੀ ਕਿਸਮਤ ਅਜਿਹੀ ਨਿਕਲੀ ਕਿ ਉਸ ਨੂੰ ਗਰੀਬੀ ਨਾਲ ਜਿਉਣਾ ਪਿਆ। ਇਸ ਕਰਕੇ ਹਰ ਵਕਤ ਮੇਰਾ ਦਿਲ ਦੁਖੀ ਰਹਿੰਦਾ ਸੀ।
ਮੇਰੀ ਮੰਮੀ ਨੂੰ ਆਪਣੇ ਭਰਾਵਾਂ ਦੀ ਜਾਇਦਾਦ ਵਿੱਚੋਂ ਕੁਝ ਵੀ ਨਹੀਂ ਮਿਲਿਆ ਸੀ ਅਤੇ ਨਾ ਹੀ ਮੰਮੀ ਨੇ ਉਹਨਾਂ ਤੋਂ ਕੁਝ ਮੰਗਿਆ ਸੀ। ਮੰਮੀ ਹਮੇਸ਼ਾ ਕਹਿੰਦੀ ਸੀ ਕਿ ਮੇਰੇ ਭਰਾਵਾਂ ਦੇ ਦਰਵਾਜ਼ੇ ਮੇਰੇ ਲਈ ਹਮੇਸ਼ਾ ਖੁੱਲ੍ਹੇ ਰਹਿਣ, ਮੇਰੇ ਲਈ ਇਹੀ ਕਾਫ਼ੀ ਹੈ। ਇਸ ਤੋਂ ਜ਼ਿਆਦਾ ਦੀ ਮੈਨੂੰ ਕੋਈ ਖੁਆਇਸ਼ ਨਹੀਂ ਹੈ। ਪਰ ਜਦੋਂ ਵੀ ਮੰਮੀ ਮਾਮਾ ਜੀ ਦੇ ਘਰ ਤੋਂ ਵਾਪਸ ਆਉਂਦੀ ਤਾਂ ਕਾਫ਼ੀ ਦਿਨਾਂ ਤੱਕ ਚੁੱਪ ਰਹਿੰਦੀ ਸੀ, ਕਿਉਂਕਿ ਮੰਮੀ ਉੱਥੋਂ ਦੀ ਸ਼ਾਨੋ-ਸ਼ੌਕਤ ਨੂੰ ਦੇਖ ਕੇ ਜਦੋਂ ਆਪਣੇ 2 ਕੱਚੇ ਕਮਰਿਆਂ ਵਾਲੇ ਮਕਾਨ ਵਿੱਚ ਆਉਂਦੀ ਤਾਂ ਉਸ ਦਾ ਦਿਲ ਦੁੱਖ ਨਾਲ ਭਰ ਜਾਂਦਾ ਸੀ। ਮੰਮੀ ਆਪਣੇ ਮੂੰਹੋਂ ਕੁਝ ਵੀ ਨਹੀਂ ਕਹਿੰਦੀ ਸੀ, ਪਰ ਉਸ ਦੀ ਚੁੱਪ ਨੂੰ ਦੇਖ ਕੇ ਮੈਂ ਸਭ ਸਮਝ ਜਾਂਦਾ ਸੀ ਕਿ ਮੰਮੀ ਨੂੰ ਆਪਣੇ ਪੇਕਿਆਂ ਦਾ ਅਹਿਸਾਸ ਬਹੁਤ ਸਤਾ ਰਿਹਾ ਹੈ, ਕਿਉਂਕਿ ਉਸ ਦੇ ਪੇਕਿਆਂ ਵਿੱਚ ਹਰ ਸੁੱਖ ਸੁਵਿਧਾ ਸੀ ਅਤੇ ਇੱਥੇ ਅਸੀਂ ਮਹੀਨੇ ਦੇ ਆਖਰੀ ਦਿਨਾਂ ਵਿੱਚ ਭੁੱਖੇ ਰਹਿ ਕੇ ਗੁਜ਼ਾਰਾ ਕਰਦੇ ਸੀ। ਇਹ ਸੋਚ ਕੇ ਮੰਮੀ ਦਾ ਦਿਲ ਟੁੱਟ ਜਾਂਦਾ ਸੀ। ਪਰ ਜਦੋਂ ਮੰਮੀ ਦੇ ਭਰਾਵਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ ਸੀ ਕਿ ਉਹ ਆਪਣੀ ਭੈਣ ਨਾਲ ਧੱਕਾ ਕਰ ਰਹੇ ਹਨ, ਤਾਂ ਮੰਮੀ ਦਾ ਮਨ ਬਹੁਤ ਦੁਖੀ ਹੋ ਜਾਂਦਾ, ਕਿਉਂਕਿ ਉਸ ਦੇ ਭਰਾ ਆਪਣੀ ਜ਼ਿੰਦਗੀ ਵਿੱਚ ਮਗਨ ਸਨ। ਇਹ ਸਭ ਦੇਖ ਕੇ ਮੇਰਾ ਮਨ ਬੜਾ ਦੁਖੀ ਹੁੰਦਾ ਅਤੇ ਮੈਂ ਆਪਣੇ ਮਾਮਾ ਜੀ ਦੇ ਘਰ ਜਾਣਾ ਹੀ ਛੱਡ ਦਿੱਤਾ, ਕਿਉਂਕਿ ਮੈਂ ਆਪਣੀ ਮੰਮੀ ਦਾ ਦੁਖੀ ਚਿਹਰਾ ਨਹੀਂ ਦੇਖ ਸਕਦਾ ਸੀ। ਪਰ ਪਾਪਾ ਦੇ ਉੱਪਰ ਵੀ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ। ਪਾਪਾ ਤਾਂ ਮੰਮੀ ਨੂੰ ਬਸ ਹਮੇਸ਼ਾ ਇਹੀ ਸਮਝਾਉਂਦੇ ਕਿ ਆਪਣਾ ਦਿਲ ਛੋਟਾ ਨਾ ਕਰ, ਤਾਂ ਮੰਮੀ ਪਾਪਾ ਨੂੰ ਗੁੱਸੇ ਨਾਲ ਦੇਖਦੀ ਰਹਿੰਦੀ ਅਤੇ ਜ਼ਿਆਦਾ ਗੁੱਸਾ ਆਉਂਦਾ ਤਾਂ ਪਾਪਾ ਨਾਲ ਲੜਾਈ ਕਰਦੀ। ਅਜਿਹੇ ਵਿੱਚ ਮੈਂ ਬਿਲਕੁਲ ਸਹਿਮ ਜਾਂਦਾ ਸੀ। ਫਿਰ ਮੈਂ 10ਵੀਂ ਦੇ ਇਮਤਿਹਾਨਾਂ ਵਿੱਚੋਂ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ। ਮੈਂ ਇੱਕ ਕਾਲਜ ਵਿੱਚ ਦਾਖਲਾ ਲੈ ਲਿਆ ਅਤੇ ਮਨ ਲਾ ਕੇ ਪੜ੍ਹਨ ਲੱਗਿਆ। ਮੰਮੀ ਦਾ ਸੁਪਨਾ ਸੀ ਕਿ ਉਹ ਮੈਨੂੰ ਡਾਕਟਰ ਬਣਾਵੇਗੀ, ਜਦੋਂ ਕਿ ਮੈਂ ਤਾਂ ਕੁਝ ਹੋਰ ਹੀ ਸੋਚ ਕੇ ਬੈਠਾ ਸੀ। ਫਿਰ ਮੈਂ ਕਾਲਜ ਵਿੱਚੋਂ ਵੀ ਚੰਗੇ ਨੰਬਰ ਪ੍ਰਾਪਤ ਕਰ ਲਏ ਅਤੇ ਫਿਰ ਇੱਕ ਦਿਨ ਮੈਂ ਮੰਮੀ ਪਾਪਾ ਨੂੰ ਆਪਣੇ ਇਰਾਦਿਆਂ ਤੋਂ ਹੀ ਬਾਹਰ ਕਰ ਦਿੱਤਾ। ਮੈਂ ਮੰਮੀ ਪਾਪਾ ਨੂੰ ਕਿਹਾ ਕਿ ਮੈਂ ਹੁਣ ਹੋਰ ਅੱਗੇ ਪੜ੍ਹਾਈ ਨਹੀਂ ਕਰਨਾ ਚਾਹੁੰਦਾ, ਬਲਕਿ ਮੈਂ ਕਿਸੇ ਹੋਰ ਦੇਸ਼ ਵਿੱਚ ਜਾ ਕੇ ਕਮਾਈ ਕਰਨਾ ਚਾਹੁੰਦਾ ਹਾਂ। ਮੇਰੀ ਗੱਲ ਸੁਣ ਕੇ ਮੰਮੀ ਕੁਝ ਪਲਾਂ ਲਈ ਸਦਮੇ ਵਿੱਚ ਚਲੀ ਗਈ, ਕਿਉਂਕਿ ਉਸ ਨੂੰ ਮੇਰੇ ਤੋਂ ਇਸ ਗੱਲ ਦੀ ਉਮੀਦ ਬਿਲਕੁਲ ਵੀ ਨਹੀਂ ਸੀ। ਮੈਂ ਇਕਲੌਤਾ ਬੇਟਾ ਸੀ, ਇਸ ਲਈ ਮੰਮੀ ਮੈਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਨਹੀਂ ਕਰਨਾ ਚਾਹੁੰਦੀ ਸੀ। ਮੇਰੀ ਗੱਲ ਨੂੰ ਸੁਣਦਿਆਂ ਹੀ ਮੰਮੀ ਨੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਸਾਫ਼-ਸਾਫ਼ ਲਫ਼ਜ਼ਾਂ ਵਿੱਚ ਕਹਿ ਦਿੱਤਾ ਕਿ ਮੈਂ ਤੈਨੂੰ ਕਿਸੇ ਵੀ ਹਾਲਤ ਵਿੱਚ ਕਿਤੇ ਵੀ ਜਾਣ ਨਹੀਂ ਦੇਵਾਂਗੀ। ਮੈਨੂੰ ਪਤਾ ਸੀ ਕਿ ਇਹ ਇੰਨਾ ਆਸਾਨ ਨਹੀਂ ਹੈ। ਮੈਂ ਕੁਝ ਸਮੇਂ ਲਈ ਮੰਮੀ ਦੀਆਂ ਨਜ਼ਰਾਂ ਤੋਂ ਦੂਰ ਚਲਾ ਜਾਂਦਾ ਤਾਂ ਮੰਮੀ ਦੀ ਜਾਨ 'ਤੇ ਬਣ ਜਾਂਦੀ ਅਤੇ ਇੱਥੇ ਤਾਂ ਮੈਂ ਮੰਮੀ ਤੋਂ ਸਾਲਾਂ ਲਈ ਦੂਰ ਹੋਣ ਦੀ ਗੱਲ ਕਰ ਰਿਹਾ ਸੀ। ਤਾਂ ਮੰਮੀ ਇਹ ਸਭ ਕਿਵੇਂ ਬਰਦਾਸ਼ਤ ਕਰ ਸਕਦੀ ਸੀ? ਇਸੇ ਲਈ ਹੀ ਮੰਮੀ ਨੇ ਮੈਨੂੰ ਕਹਿ ਦਿੱਤਾ ਸੀ ਕਿ ਜੇਕਰ ਤੂੰ ਕੁਝ ਕਰਨਾ ਹੈ ਤਾਂ ਇੱਥੇ ਰਹਿ ਕੇ ਹੀ ਕਰ, ਪਰ ਇੱਥੋਂ ਜਾਣ ਦੇ ਬਾਰੇ ਕਦੇ ਵੀ ਨਾ ਸੋਚਣਾ। ਪਰ ਮੈਂ ਤਾਂ ਆਪਣਾ ਪੱਕਾ ਇਰਾਦਾ ਕਰ ਬੈਠਾ ਸੀ ਅਤੇ ਮੈਂ ਇੱਥੇ ਕਿਸੇ ਵੀ ਹਾਲਤ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ। ਆਖਿਰਕਾਰ ਮੈਂ ਮੰਮੀ ਨੂੰ ਮਨਾ ਹੀ ਲਿਆ ਅਤੇ ਉਸ ਨਾਲ ਵਾਅਦਾ ਕੀਤਾ ਕਿ ਉੱਥੇ ਜਾ ਕੇ ਮੈਂ ਹਰ ਰੋਜ਼ ਫ਼ੋਨ 'ਤੇ ਗੱਲ ਕਰਾਂਗਾ। ਮੰਮੀ ਨੇ ਆਪਣੇ ਸੋਨੇ ਦੇ ਗਹਿਣੇ ਵੇਚ ਕੇ ਮੇਰਾ ਵਿਦੇਸ਼ ਜਾਣ ਦਾ ਇੰਤਜ਼ਾਮ ਕੀਤਾ। ਇਸ ਲਈ ਮੈਂ ਮੰਮੀ ਦਾ ਹੋਰ ਵੀ ਜ਼ਿਆਦਾ ਅਹਿਸਾਨਮੰਦ ਹੋ ਗਿਆ। ਕੁਝ ਹੀ ਦਿਨਾਂ ਵਿੱਚ ਮੈਂ ਇੱਥੇ ਵਿਦੇਸ਼ ਵਿੱਚ ਆ ਗਿਆ, ਪਰ ਮੈਂ ਹਰ ਰੋਜ਼ ਮੰਮੀ ਨਾਲ ਫ਼ੋਨ 'ਤੇ ਗੱਲ ਕਰਿਆ ਕਰਦਾ ਸੀ ਅਤੇ ਮੰਮੀ ਮੈਨੂੰ ਯਾਦ ਕਰਕੇ ਰੋਂਦੀ ਰਹਿੰਦੀ। ਸ਼ੁਰੂ ਦੇ ਕੁਝ ਦਿਨਾਂ 'ਚ ਤਾਂ ਮੈਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਮੈਂ ਇਸ ਤਰ੍ਹਾਂ ਮਿਹਨਤ ਕਰਨ ਦਾ ਆਦੀ ਨਹੀਂ ਸੀ। ਘਰ ਵਿੱਚ ਮੰਮੀ ਨੇ ਮੈਨੂੰ ਫੁੱਲਾਂ ਦੀ ਤਰ੍ਹਾਂ ਰੱਖਿਆ ਸੀ। ਮੈਨੂੰ ਆਪਣੇ ਕੰਮਾਂ ਦੇ ਲਈ ਕਦੇ ਵੀ ਪਰੇਸ਼ਾਨੀ ਨਹੀਂ ਉਠਾਉਣੀ ਪਈ ਸੀ। ਇੱਥੇ ਆ ਕੇ ਤਾਂ ਮੈਨੂੰ ਆਪਣੇ ਕੱਪੜੇ ਵੀ ਖੁਦ ਹੀ ਧੋਣੇ ਪੈਂਦੇ ਸੀ ਅਤੇ ਖਾਣੇ ਦਾ ਤਾਂ ਕੁਝ ਪਤਾ ਹੀ ਨਹੀਂ ਸੀ। ਸ਼ੁਰੂ ਵਿੱਚ ਜਦੋਂ ਮੈਂ ਇੱਥੇ ਆਇਆ ਤਾਂ ਮੇਰੇ ਕੋਲ ਕੋਈ ਵੀ ਨੌਕਰੀ ਨਹੀਂ ਸੀ। ਕਾਫ਼ੀ ਦਿਨਾਂ ਤੱਕ ਮੈਂ ਸੁੱਕਾ ਬ੍ਰੈਡ ਖਾ ਕੇ ਗੁਜ਼ਾਰਾ ਕਰਦਾ ਰਿਹਾ। ਅਜਿਹੇ ਵਿੱਚ ਮੈਨੂੰ ਮਾਂ ਦੇ ਹੱਥਾਂ ਦੀਆਂ ਗਰਮ-ਗਰਮ ਰੋਟੀਆਂ ਬੜਾ ਯਾਦ ਆਉਂਦੀਆਂ। ਮੈਨੂੰ ਨਹੀਂ ਯਾਦ ਕਿ ਜਦੋਂ ਮੰਮੀ ਨੇ ਕਦੇ ਮੈਨੂੰ ਭੁੱਖੇ ਪੇਟ ਸੌਣ ਦਿੱਤਾ ਹੋਵੇ। ਚਾਹੇ ਮਹੀਨੇ ਦੇ ਅਖੀਰ ਵਿੱਚ ਮੇਰੇ ਮੰਮੀ ਪਾਪਾ ਦਾ ਹੱਥ ਤੰਗ ਹੋ ਜਾਂਦਾ ਸੀ। ਸਾਡੇ ਘਰ ਵਿੱਚ ਖਾਣ ਲਈ ਕੁਝ ਵੀ ਨਹੀਂ ਹੁੰਦਾ ਸੀ, ਪਰ ਫਿਰ ਵੀ ਮਾਂ ਮੈਨੂੰ ਮੇਰਾ ਪੇਟ ਭਰ ਕੇ ਹੀ ਸਵਾਉਂਦੀ ਸੀ। ਅਜਿਹੇ ਵਿੱਚ ਮੈਂ ਇੱਥੇ ਆ ਕੇ ਬਿਲਕੁਲ ਟੁੱਟ ਗਿਆ ਸੀ। ਅਕਸਰ ਹੀ ਮਾਂ ਨੂੰ ਯਾਦ ਕਰਕੇ ਅੱਖਾਂ ਵਿੱਚ ਹੰਝੂ ਆ ਜਾਇਆ ਕਰਦੇ ਸਨ, ਪਰ ਇੱਥੇ ਤਾਂ ਮੇਰੇ ਹੰਝੂ ਪੂੰਝਣ ਵਾਲਾ ਵੀ ਕੋਈ ਨਹੀਂ ਸੀ। ਜੇਕਰ ਮਾਂ ਮੈਨੂੰ ਇਸ ਤਰ੍ਹਾਂ ਰੋਂਦੇ ਨੂੰ ਦੇਖ ਲੈਂਦੀ ਤਾਂ ਨਾ ਜਾਣੇ ਉਸ ਦੇ ਦਿਲ 'ਤੇ ਕੀ ਗੁਜ਼ਰਦੀ। ਮੈਂ ਖੁਦ ਹੀ ਹੰਝੂ ਪੂੰਝ ਕੇ ਮਾਂ ਨੂੰ ਫ਼ੋਨ ਕਰਕੇ ਉਸ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਸੀ, ਪਰ ਫਿਰ ਵੀ ਪਤਾ ਨਹੀਂ ਕਿਵੇਂ ਮਾਂ ਪਹਿਚਾਣ ਜਾਂਦੀ ਕਿ ਮੈਂ ਭੁੱਖਾ ਹਾਂ ਅਤੇ ਕੁਝ ਖਾਧਾ ਨਹੀਂ। ਮੈਂ ਇਸ ਗੱਲ ਦਾ ਵਿਸ਼ਵਾਸ ਮਾਂ ਨੂੰ ਬੜੀ ਮੁਸ਼ਕਲ ਨਾਲ ਦਿਵਾਉਂਦਾ ਸੀ ਕਿ ਮੈਂ ਅਲੱਗ-ਅਲੱਗ ਪ੍ਰਕਾਰ ਦੇ ਖਾਣੇ ਖਾਧੇ ਹਨ ਅਤੇ ਹੁਣ ਮੇਰੇ ਪੇਟ ਵਿੱਚ ਬਿਲਕੁਲ ਵੀ ਜਗ੍ਹਾ ਨਹੀਂ ਹੈ। ਪਤਾ ਨਹੀਂ ਮਾਂ ਨੂੰ ਇਸ ਗੱਲ ਦਾ ਯਕੀਨ ਹੁੰਦਾ ਸੀ ਜਾਂ ਨਹੀਂ, ਪਰ ਉਹ ਕੁਝ ਦਿਨਾਂ ਲਈ ਬਿਲਕੁਲ ਹੀ ਚੁੱਪ ਹੋ ਜਾਇਆ ਕਰਦੀ ਸੀ। ਪਰ ਦੂਜੀ ਤਰਫ ਮੈਨੂੰ ਸਿਰਫ ਮਾਂ ਦੀਆਂ ਸਿਸਕੀਆਂ ਦੀ ਆਵਾਜ਼ ਆਉਂਦੀ ਸੀ। ਉਹ ਬਸ ਮੈਨੂੰ ਹਮੇਸ਼ਾ ਇਹੀ ਕਹਿੰਦੀ ਸੀ ਕਿ ਵਾਪਸ ਆ ਜਾਓ।
ਉਸ ਅਜਨਬੀ ਦੇਸ਼ ਵਿੱਚ ਕੁਝ ਨਹੀਂ ਰੱਖਿਆ ਹੈ। ਤੂੰ ਬਸ ਮੇਰੇ ਕੋਲ ਆ ਜਾ ਤਾਂ ਜੋ ਮੇਰੀਆਂ ਅੱਖਾਂ ਨੂੰ ਠੰਡਕ ਮਿਲ ਸਕੇ। ਮੈਂ ਮਾਂ ਨੂੰ ਇਸ ਗੱਲ 'ਤੇ ਹਮੇਸ਼ਾ ਤਸੱਲੀ ਦਿੰਦਾ ਸੀ ਕਿ ਮੈਂ ਜਲਦੀ ਹੀ ਵਾਪਸ ਤੇਰੇ ਕੋਲ ਆਵਾਂਗਾ, ਕਿਉਂਕਿ ਮੈਂ ਮਾਂ ਨੂੰ ਸਾਫ਼ ਸ਼ਬਦਾਂ ਵਿੱਚ ਨਹੀਂ ਕਹਿ ਸਕਦਾ ਸੀ ਕਿ ਮੈਂ ਜਲਦੀ ਵਾਪਸ ਨਹੀਂ ਆ ਸਕਦਾ। ਬਸ ਮੈਂ ਤਾਂ ਉਸ ਨੂੰ ਤਸੱਲੀ ਹੀ ਦੇ ਸਕਦਾ ਸੀ। ਹੁਣ ਮੇਰੇ ਮੰਮੀ ਪਾਪਾ ਮੇਰੇ ਜਾਣ ਤੋਂ ਬਾਅਦ ਬਿਲਕੁਲ ਇਕੱਲੇ ਰਹਿ ਗਏ ਸਨ। ਮਾਂ ਆਪਣੇ ਦਿਲ ਦਾ ਬੋਝ ਰੋ ਰੋ ਕੇ ਹਲਕਾ ਕਰ ਲਿਆ ਕਰਦੀ ਸੀ, ਪਰ ਪਾਪਾ ਮੇਰੇ ਵਿਦੇਸ਼ ਜਾਣ ਤੋਂ ਬਾਅਦ ਬਿਲਕੁਲ ਹੀ ਚੁੱਪ ਜਿਹੇ ਹੋ ਗਏ ਸਨ। ਜੇਕਰ ਉਹ ਫ਼ੋਨ 'ਤੇ ਮੇਰੇ ਨਾਲ ਗੱਲ ਕਰਦੇ ਤਾਂ ਮੈਨੂੰ ਹਮੇਸ਼ਾ ਹੌਸਲਾ ਦਿੰਦੇ, ਪਰ ਇਹ ਗੱਲ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਵਿਦੇਸ਼ ਵਿੱਚ ਕਮਾਉਣਾ ਕਿੰਨਾ ਮੁਸ਼ਕਲ ਹੈ। ਪਰ ਮੈਨੂੰ ਪਾਪਾ ਦੀ ਆਵਾਜ਼ ਉਦਾਸੀ ਭਰੀ ਲੱਗਦੀ ਸੀ। ਪਾਪਾ ਨੇ ਪੂਰੀ ਰਾਤ ਚੌਕੀਦਾਰੀ ਕੀਤੀ ਸੀ। ਮੈਂ ਉਸ ਨੂੰ ਪੂਰੀ ਰਾਤ ਉਸ ਦੇ ਕੰਮ 'ਤੇ ਜਾਗਦੇ ਵੇਖਿਆ ਸੀ, ਪਰ ਫਿਰ ਵੀ ਉਸ ਦੇ ਮੱਥੇ 'ਤੇ ਕਦੇ ਵੀ ਮੈਂ ਚਿੰਤਾ ਦੇ ਭਾਵ ਨਹੀਂ ਦੇਖੇ। ਮੰਮੀ ਪਾਪਾ ਨਾਲ ਰੋਜ਼ ਲੜਦੀ ਸੀ, ਪਰ ਪਾਪਾ ਨੇ ਅੱਜ ਤੱਕ ਮੰਮੀ ਨਾਲ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਸੀ। ਉਹ ਥੋੜ੍ਹੇ ਵਿੱਚ ਹੀ ਖੁਸ਼ ਰਹਿਣ ਵਾਲੇ ਇਨਸਾਨ ਸਨ। ਮੈਂ ਕਦੇ ਵੀ ਪਾਪਾ ਨੂੰ ਜ਼ਿਆਦਾ ਪੈਸਿਆਂ ਲਈ ਪਰੇਸ਼ਾਨ ਹੁੰਦਾ ਨਹੀਂ ਦੇਖਿਆ ਸੀ। ਪਾਪਾ ਮੈਨੂੰ ਹਮੇਸ਼ਾ ਤਸੱਲੀ ਦਿੰਦੇ ਕਿ ਜੇਕਰ ਤੂੰ ਇਸੇ ਤਰ੍ਹਾਂ ਹੀ ਮਿਹਨਤ ਕਰਦਾ ਰਿਹਾ ਤਾਂ ਇੱਕ ਦਿਨ ਤੂੰ ਆਪਣੇ ਮੁਕਾਮ 'ਤੇ ਜ਼ਰੂਰ ਪਹੁੰਚੇਂਗਾ ਅਤੇ ਉਦੋਂ ਇਹ ਪਰੇਸ਼ਾਨੀਆਂ ਤੈਨੂੰ ਬਹੁਤ ਛੋਟੀਆਂ ਲੱਗਣਗੀਆਂ। ਮੈਂ ਕਾਫ਼ੀ ਦਿਨਾਂ ਤੱਕ ਛੋਟੀ-ਮੋਟੀ ਨੌਕਰੀਆਂ ਕਰਕੇ ਗੁਜ਼ਾਰਾ ਕੀਤਾ। ਮੈਂ ਸੁਣਿਆ ਸੀ ਕਿ ਵਿਦੇਸ਼ ਵਿੱਚ ਨੌਕਰੀ ਬਹੁਤ ਆਸਾਨੀ ਨਾਲ ਮਿਲ ਜਾਂਦੀ ਹੈ, ਪਰ ਇਹ ਮੇਰੀ ਮੂਰਖਤਾ ਸੀ। ਮੈਨੂੰ ਨੌਕਰੀ ਲੱਭਣ ਲਈ ਬਹੁਤ ਮਿਹਨਤ ਕਰਨੀ ਪਈ। ਮੈਂ ਸੁਬਹ ਦੇ ਟਾਈਮ ਲੋਕਾਂ ਦੀਆਂ ਕਾਰਾਂ ਸਾਫ਼ ਕਰਨ ਦਾ ਕੰਮ ਕਰਦਾ ਸੀ ਅਤੇ ਸ਼ਾਮ ਨੂੰ ਮੈਂ ਇੱਕ ਹੋਟਲ ਵਿੱਚ ਵੇਟਰ ਦੀ ਨੌਕਰੀ ਕਰਦਾ ਸੀ। ਇਸ ਤਰ੍ਹਾਂ ਨਾਲ ਮੇਰਾ ਪੇਟ ਭਰਨ ਦਾ ਆਸਰਾ ਤਾਂ ਹੋ ਗਿਆ ਸੀ। ਮੈਂ ਆਪਣੀ ਇਸ ਨੌਕਰੀ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ। ਇਸ ਨੌਕਰੀ ਨਾਲ ਸਿਰਫ ਮੇਰਾ ਪੇਟ ਹੀ ਭਰਦਾ ਸੀ, ਪਰ ਮੈਂ ਅਜੇ ਤੱਕ ਵੀ ਆਪਣੇ ਘਰ ਵਾਲਿਆਂ ਨੂੰ ਪੈਸੇ ਨਹੀਂ ਭੇਜ ਪਾ ਰਿਹਾ ਸੀ। ਅਜਿਹੇ ਵਿੱਚ ਮੈਂ ਬਹੁਤ ਪਰੇਸ਼ਾਨ ਰਹਿੰਦਾ। ਆਖਿਰ ਵਿੱਚ ਕਾਫ਼ੀ ਸਾਲਾਂ ਬਾਅਦ ਮੈਨੂੰ ਮੇਰੀ ਮਿਹਨਤ ਦਾ ਫਲ ਮਿਲਿਆ ਅਤੇ ਮੈਨੂੰ ਇੱਕ ਚੰਗੀ ਨੌਕਰੀ ਮਿਲ ਗਈ। ਹੁਣ ਮੈਂ ਇੰਨਾ ਕੁ ਕਾਬਲ ਹੋ ਚੁੱਕਿਆ ਸੀ ਕਿ ਮੈਂ ਆਪਣੇ ਘਰ ਵਾਲਿਆਂ ਨੂੰ ਪੈਸੇ ਭੇਜ ਸਕਦਾ ਸੀ। ਜਦੋਂ ਮੈਂ ਆਪਣੀ ਮਾਂ ਨੂੰ ਪਹਿਲੀ ਵਾਰ ਪੈਸੇ ਭੇਜੇ ਤਾਂ ਉਹ ਬਹੁਤ ਖੁਸ਼ ਹੋਈ। ਜਦੋਂ ਮੈਂ ਮਾਂ ਨਾਲ ਫ਼ੋਨ 'ਤੇ ਗੱਲ ਕੀਤੀ ਤਾਂ ਮਾਂ ਦੀ ਆਵਾਜ਼ ਵਿੱਚ ਖੁਸ਼ੀ ਸਾਫ਼ ਝਲਕ ਰਹੀ ਸੀ। ਇਸ ਤਰ੍ਹਾਂ ਮਾਂ ਨੇ ਮੈਨੂੰ ਖੁਸ਼ੀ ਵਿੱਚ ਹਜ਼ਾਰਾਂ ਦੁਆਵਾਂ ਦਿੱਤੀਆਂ ਅਤੇ ਮਾਂ ਨੂੰ ਇੱਦਾਂ ਖੁਸ਼ ਦੇਖ ਕੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ। ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੈਂ ਹੁਣ ਜਿਵੇਂ ਮਾਂ ਦੇ ਸੁਪਨੇ ਪੂਰੇ ਕਰਨ ਦੇ ਕਾਬਲ ਹੋ ਗਿਆ ਹਾਂ, ਪਰ ਮੈਂ ਹਾਲੇ ਵੀ ਆਪਣੀ ਉਸ ਮੰਜ਼ਿਲ ਤੋਂ ਕਾਫ਼ੀ ਦੂਰ ਸੀ। ਜਿਵੇਂ ਮੈਂ ਸੋਚਿਆ ਸੀ ਹੁਣ ਉਵੇਂ-ਉਵੇਂ ਆਪਣੀ ਜ਼ਿੰਦਗੀ ਵਿੱਚ ਸੈਟਲ ਹੁੰਦਾ ਜਾ ਰਿਹਾ ਸੀ ਅਤੇ ਹੁਣ ਮੇਰੇ ਘਰ ਦੇ ਹਾਲਾਤ ਵੀ ਸੁਧਰਨੇ ਸ਼ੁਰੂ ਹੋ ਗਏ ਸਨ। ਹੁਣ ਮਾਂ ਬਹੁਤ ਖੁਸ਼ ਸੀ, ਪਰ ਮੰਮੀ ਪਾਪਾ ਦੋਵੇਂ ਹਰ ਵਕਤ ਮੈਨੂੰ ਯਾਦ ਕਰਕੇ ਉਦਾਸ ਰਹਿੰਦੇ। ਪਰ ਮੈਨੂੰ ਹੁਣ ਇਸ ਗੱਲ ਦੀ ਤਸੱਲੀ ਸੀ ਕਿ ਪਾਪਾ ਮਾਂ ਨੂੰ ਸੰਭਾਲ ਲੈਂਦੇ ਹਨ, ਇਸ ਲਈ ਮੈਂ ਹੁਣ ਇਸ ਗੱਲ ਤੋਂ ਬੇਫਿਕਰ ਸੀ। ਪਰ ਦਿਨ ਵਿੱਚ 2 ਵਾਰ ਫ਼ੋਨ ਕਰਕੇ ਮਾਂ ਦਾ ਹਾਲ ਮੈਂ ਜ਼ਰੂਰ ਪੁੱਛਦਾ। ਮੈਨੂੰ ਉਹਨਾਂ ਲੋਕਾਂ 'ਤੇ ਹੈਰਾਨੀ ਹੁੰਦੀ ਸੀ ਜੋ ਵਿਦੇਸ਼ ਵਿੱਚ ਆ ਕੇ ਆਪਣੇ ਪਰਿਵਾਰ ਨੂੰ ਭੁੱਲ ਜਾਂਦੇ ਹਨ ਅਤੇ ਉਹਨਾਂ ਨੂੰ ਬਿਲਕੁਲ ਹੀ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਮੈਂ ਆਪਣੇ ਮਾਂ-ਬਾਪ ਦੀ ਤਰਫ ਬਿਲਕੁਲ ਵੀ ਲਾਪਰਵਾਹ ਨਹੀਂ ਸੀ। ਹੁਣ ਮੈਨੂੰ ਵਿਦੇਸ਼ ਆਇਆਂ 5 ਸਾਲ ਹੋ ਚੁੱਕੇ ਸਨ ਅਤੇ ਮੇਰੇ ਘਰ ਦੇ ਹਾਲਾਤ ਕਾਫ਼ੀ ਹੱਦ ਤੱਕ ਠੀਕ ਹੋ ਚੁੱਕੇ ਸਨ ਅਤੇ ਹੁਣ ਮੇਰੀ ਨੌਕਰੀ ਵੀ ਪੱਕੀ ਹੋ ਗਈ ਸੀ। ਮੇਰੀ ਜ਼ਿੰਦਗੀ ਵਿੱਚ ਕਾਫ਼ੀ ਸਕੂਨ ਆ ਗਿਆ ਸੀ, ਪਰ ਇਹ ਸਕੂਨ ਜ਼ਿਆਦਾ ਦੇਰ ਤੱਕ ਨਾ ਟਿਕ ਸਕਿਆ। ਇੱਕ ਦਿਨ ਮੈਂ ਆਪਣੀ ਨੌਕਰੀ 'ਤੇ ਗਿਆ ਹੋਇਆ ਸੀ ਅਤੇ ਉੱਥੇ ਮੈਨੂੰ ਕਿਸੇ ਅਣਜਾਣ ਨੰਬਰ ਤੋਂ ਫ਼ੋਨ ਆਇਆ। ਉਹ ਇੰਡੀਆ ਵਿੱਚੋਂ ਮੇਰੇ ਕਿਸੇ ਰਿਸ਼ਤੇਦਾਰ ਦਾ ਫ਼ੋਨ ਸੀ। ਮੈਂ ਫ਼ੋਨ ਨੂੰ ਚੁੱਕ ਕੇ ਕੰਨ ਨਾਲ ਲਾ ਲਿਆ ਕਿਉਂਕਿ ਉਸ ਵਕਤ ਮੈਂ ਆਪਣੇ ਕੰਮ ਵਿੱਚ ਬਹੁਤ ਬਿਜ਼ੀ ਸੀ। ਪਰ ਦੂਜੀ ਤਰਫ ਤੋਂ ਜੋ ਮੈਨੂੰ ਖਬਰ ਮਿਲੀ, ਉਸ ਖਬਰ ਨੇ ਮੇਰੀ ਜਾਨ ਹੀ ਕੱਢ ਲਈ। ਮੈਂ ਜਿੱਥੇ ਖੜ੍ਹਾ ਸੀ ਉੱਥੇ ਖੜ੍ਹਾ ਹੀ ਰਹਿ ਗਿਆ। ਫ਼ੋਨ ਮੇਰੇ ਹੱਥ ਵਿੱਚੋਂ ਛੁੱਟ ਕੇ ਹੇਠਾਂ ਜ਼ਮੀਨ 'ਤੇ ਡਿੱਗ ਪਿਆ। ਮੈਂ ਉਸ ਸਮੇਂ ਆਪਣੇ ਹੋਸ਼ ਖੋ ਬੈਠਿਆ। ਮੈਨੂੰ ਸਿਰਫ ਇੰਨਾ ਯਾਦ ਸੀ ਕਿ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਅਤੇ ਉਸ ਨੁਕਸਾਨ ਦੀ ਪੂਰਤੀ ਪੂਰੀ ਜ਼ਿੰਦਗੀ ਨਹੀਂ ਹੋ ਸਕਦੀ। ਮੈਨੂੰ ਮੇਰੇ ਕਿਸੇ ਰਿਸ਼ਤੇਦਾਰ ਨੇ ਫ਼ੋਨ 'ਤੇ ਦੱਸਿਆ ਕਿ ਤੇਰੇ ਪਾਪਾ ਇਸ ਦੁਨੀਆ ਵਿੱਚ ਨਹੀਂ ਰਹੇ। ਹੁਣ ਤਾਂ ਸਾਡੇ ਚੰਗੇ ਦਿਨਾਂ ਦੀ ਸ਼ੁਰੂਆਤ ਹੋਈ ਸੀ ਅਤੇ ਪਾਪਾ ਇਸ ਦੁਨੀਆ ਤੋਂ ਚਲੇ ਗਏ। ਫਿਰ ਅਗਲੇ ਹੀ ਪਲ ਮੈਨੂੰ ਮਾਂ ਦਾ ਖਿਆਲ ਆਇਆ। ਮੈਂ ਮਾਂ ਦੇ ਕੋਲ ਨਹੀਂ ਸੀ, ਪਰ ਮੈਨੂੰ ਇਸ ਵਕਤ ਮਾਂ ਕੋਲ ਹੋਣਾ ਚਾਹੀਦਾ ਸੀ। ਪਰ ਇੱਥੋਂ ਇੰਨੀ ਦੂਰ ਵਾਪਸ ਆਪਣੇ ਦੇਸ਼ ਜਾਣਾ ਮੇਰੇ ਲਈ ਬਹੁਤ ਹੀ ਮੁਸ਼ਕਲ ਸੀ। ਮੈਨੂੰ ਇੱਕਦਮ ਬਹੁਤ ਇਕੱਲਾ ਮਹਿਸੂਸ ਹੋਇਆ, ਕਿਉਂਕਿ ਪਾਪਾ ਚਾਹੇ ਇੱਥੇ ਮੇਰੇ ਕੋਲ ਨਹੀਂ ਸਨ, ਪਰ ਮੇਰੇ ਲਈ ਉਹਨਾਂ ਦਾ ਸਹਾਰਾ ਹੀ ਬਹੁਤ ਸੀ ਅਤੇ ਹੁਣ ਤਾਂ ਉਹ ਵੀ ਮੈਨੂੰ ਛੱਡ ਕੇ ਜਾ ਚੁੱਕੇ ਸਨ। ਅਜਿਹੇ ਵਿੱਚ ਮੈਂ ਬਿਲਕੁਲ ਟੁੱਟ ਚੁੱਕਿਆ ਸੀ। ਜੋ ਮੈਂ ਛੁੱਟੀ ਲਈ ਐਪਲੀਕੇਸ਼ਨ ਲਿਖ ਕੇ ਦਿੱਤੀ ਸੀ ਉਹ ਵੀ ਮਨਜ਼ੂਰ ਹੋ ਗਈ ਸੀ, ਕਿਉਂਕਿ ਇੰਨੇ ਸਾਲਾਂ ਤੱਕ ਮੈਂ ਇੱਕ ਵਾਰ ਵੀ ਆਪਣੇ ਘਰ ਵਾਪਸ ਨਹੀਂ ਆਇਆ ਸੀ। ਮੈਂ ਜਲਦੀ ਆਪਣੀ ਸਾਰੀ ਤਿਆਰੀ ਕੀਤੀ ਅਤੇ ਆਪਣੇ ਘਰ ਜਾਣ ਲਈ ਤਿਆਰ ਹੋ ਗਿਆ। ਮੈਂ 1 ਮਹੀਨੇ ਦੀ ਛੁੱਟੀ ਲਈ ਆਪਣੇ ਘਰ ਜਾ ਰਿਹਾ ਸੀ।
ਮੈਂ ਇਸ ਹਾਦਸੇ ਤੋਂ ਪਹਿਲਾਂ ਹਰ ਵਕਤ ਇਹੀ ਸੋਚਿਆ ਕਰਦਾ ਸੀ ਕਿ ਜਲਦੀ ਛੁੱਟੀ ਲੈ ਕੇ ਮੈਂ ਆਪਣੇ ਮੰਮੀ ਪਾਪਾ ਨੂੰ ਮਿਲਣ ਲਈ ਜਾਵਾਂਗਾ ਅਤੇ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਦਾ ਦਿਨ ਹੋਵੇਗਾ। ਪਰ ਮੈਂ ਨਹੀਂ ਜਾਣਦਾ ਸੀ ਕਿ ਮੈਨੂੰ ਇਸ ਤਰ੍ਹਾਂ ਛੁੱਟੀ ਲੈਣੀ ਪਵੇਗੀ। ਮੈਂ ਜਹਾਜ਼ ਵਿੱਚ ਬੈਠ ਕੇ ਵਾਰ-ਵਾਰ ਆਪਣੇ ਹੰਝੂ ਸਾਫ਼ ਕਰ ਰਿਹਾ ਸੀ। ਮੈਂ ਨਹੀਂ ਜਾਣਦਾ ਸੀ ਕਿ ਲੋਕਾਂ ਤੋਂ ਹੰਝੂਆਂ ਨੂੰ ਲੁਕਾਉਣਾ ਇੰਨਾ ਔਖਾ ਹੁੰਦਾ ਹੈ। ਅੱਜ ਮੈਨੂੰ ਪਰਦੇਸ ਦੀ ਹਕੀਕਤ ਸਮਝ ਆ ਰਹੀ ਸੀ। ਕਿਉਂ ਲੋਕ ਪਰਦੇਸ ਵਿੱਚ ਜਾ ਕੇ ਇੰਨੇ ਬੇਵੱਸ ਹੋ ਜਾਂਦੇ ਹਨ। ਮੇਰੇ ਘਰ ਤੋਂ ਮੈਨੂੰ ਸਾਰਿਆਂ ਦੇ ਵਾਰ-ਵਾਰ ਫ਼ੋਨ ਆ ਰਹੇ ਸਨ। ਪਾਪਾ ਦਾ ਅੰਤਿਮ ਸੰਸਕਾਰ ਜਲਦੀ ਕਰਨਾ ਸੀ ਅਤੇ ਮੈਂ ਬਸ ਇਹੀ ਕਹਿ ਰਿਹਾ ਸੀ ਕਿ ਮੇਰਾ ਥੋੜ੍ਹਾ ਜਿਹਾ ਇੰਤਜ਼ਾਰ ਹੋਰ ਕਰ ਲਓ। ਮੇਰੇ ਪਹੁੰਚਦੇ ਹੀ ਪਾਪਾ ਦਾ ਅੰਤਿਮ ਸੰਸਕਾਰ ਕਰ ਦੇਵਾਂਗੇ, ਇਹ ਕਹਿੰਦੇ ਹੋਏ ਮੇਰਾ ਕਾਲਜਾ ਪਾਟਦਾ ਸੀ। ਪਰ ਉਸ ਸਮੇਂ ਮੈਂ ਖੁਦ ਨੂੰ ਸੰਭਾਲਣਾ ਸੀ। ਮੈਂ ਬਿਲਕੁਲ ਵੀ ਕਮਜ਼ੋਰ ਨਹੀਂ ਪੈਣਾ ਚਾਹੁੰਦਾ ਸੀ। ਏਅਰਪੋਰਟ 'ਤੇ ਉਤਰ ਕੇ ਜਦੋਂ ਮੈਂ ਆਪਣੇ ਵਤਨ ਦੀ ਮਿੱਟੀ ਨੂੰ ਛੂਹਿਆ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਅਤੇ ਮੇਰਾ ਦਿਲ ਕੀਤਾ ਕਿ ਬੈਠ ਕੇ ਉੱਚੀ-ਉੱਚੀ ਰੋਵਾਂ ਤੇ ਆਪਣੇ ਦਿਲ ਦਾ ਸਾਰਾ ਗੁਬਾਰ ਕੱਢ ਦੇਵਾਂ। ਮੈਂ ਉੱਥੋਂ ਟੈਕਸੀ ਕਰਵਾ ਕੇ ਬੈਠ ਗਿਆ ਅਤੇ ਟੈਕਸੀ ਵਾਲੇ ਨੂੰ ਆਪਣੇ ਘਰ ਦਾ ਪਤਾ ਸਮਝਾ ਦਿੱਤਾ। ਮੇਰਾ ਦਿਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਸੀ। ਮੈਂ ਆਪਣੇ ਬਾਪ ਨੂੰ ਏਦਾਂ ਮਰੇ ਹੋਏ ਦੇਖਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ ਸੀ। ਮੇਰੇ ਹੱਥ ਬੁਰੀ ਤਰ੍ਹਾਂ ਕੰਬ ਰਹੇ ਸਨ। ਮੇਰਾ ਅੰਦਰਲਾ ਮਨ ਇਹ ਸਮਝਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ ਕਿ ਮੇਰੇ ਪਾਪਾ ਮੈਨੂੰ ਹਮੇਸ਼ਾ ਲਈ ਛੱਡ ਕੇ ਜਾ ਚੁੱਕੇ ਹਨ। ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਜੇਕਰ ਮੈਂ ਨਾ ਰੋਇਆ ਤਾਂ ਮੇਰਾ ਦਿਲ ਫਟ ਜਾਵੇਗਾ। ਜਿਵੇਂ-ਜਿਵੇਂ ਕਰਕੇ ਮੈਂ ਘਰ ਪਹੁੰਚਿਆ ਤਾਂ ਪਾਪਾ ਦੀ ਮ੍ਰਿਤਕ ਦੇਹ ਕਮਰੇ ਵਿੱਚ ਰੱਖੀ ਹੋਈ ਸੀ। ਉੱਥੇ ਰਿਸ਼ਤੇਦਾਰ ਅਤੇ ਹੋਰ ਸਾਰੇ ਸਕੇ ਸੰਬੰਧੀ ਮੌਜੂਦ ਸਨ। ਮੈਨੂੰ ਦੇਖ ਕੇ ਸਾਰੇ ਲੋਕ ਗੱਲ ਨਾਲ ਲਾਉਣ ਲੱਗੇ ਅਤੇ ਹੌਸਲਾ ਦੇਣ ਲੱਗੇ, ਪਰ ਮੇਰੀਆਂ ਨਜ਼ਰਾਂ ਆਪਣੀ ਮਾਂ ਦੀ ਤਲਾਸ਼ ਵਿੱਚ ਸਨ। ਮੈਨੂੰ ਉਸ ਵਕਤ ਸਿਰਫ ਉਸ ਦੀ ਫਿਕਰ ਸੀ। ਮੈਂ ਇਹੀ ਗੱਲ ਸੋਚ-ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਕਿ ਨਾ ਜਾਣੇ ਇਸ ਵਕਤ ਉਸ 'ਤੇ ਕੀ ਗੁਜ਼ਰ ਰਹੀ ਹੋਵੇਗੀ। ਮੈਂ ਸਾਰਿਆਂ ਨੂੰ ਮਿਲਦਾ-ਮਿਲਦਾ ਅੰਦਰ ਕਮਰੇ ਵਿੱਚ ਗਿਆ ਤਾਂ ਮੇਰੇ ਪੈਰਾਂ ਵਿੱਚੋਂ ਜਿਵੇਂ ਜਾਨ ਹੀ ਖਤਮ ਹੋ ਗਈ। ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਪਾਪਾ ਦੀ ਮ੍ਰਿਤਕ ਦੇਹ ਪਈ ਹੋਈ ਸੀ ਅਤੇ ਮੇਰੀ ਮਾਂ ਦੇ ਸਿਰ 'ਤੇ ਸਫੈਦ ਚੁੰਨੀ ਦੇ ਦਿੱਤੀ ਗਈ ਸੀ ਅਤੇ ਉਹ ਰੋਈ ਜਾ ਰਹੀ ਸੀ। ਮੈਂ ਤੜਪ ਕੇ ਉਸ ਵੱਲ ਵਧਿਆ ਤਾਂ ਮੇਰੀ ਮਾਂ ਨੇ ਮੈਨੂੰ ਦੇਖਦੇ ਹੀ ਚੀਕ ਮਾਰੀ ਅਤੇ ਮੈਨੂੰ ਗਲ ਨਾਲ ਲਾ ਲਿਆ ਅਤੇ ਜ਼ੋਰ-ਜ਼ੋਰ ਦੀ ਰੋਣ ਲੱਗੀ। ਰੋਂਦੀ-ਰੋਂਦੀ ਕਦੇ ਉਹ ਮੈਨੂੰ ਛੂਹਣ ਲੱਗਦੀ ਅਤੇ ਕਦੇ ਮੇਰੇ ਚਿਹਰੇ ਅਤੇ ਹੱਥਾਂ ਨੂੰ ਮਹਿਸੂਸ ਕਰਕੇ ਮੇਰੇ ਹੋਣ ਦਾ ਯਕੀਨ ਕਰਦੀ। ਪਾਪਾ ਦਾ ਅੰਤਿਮ ਸੰਸਕਾਰ ਕਰਨ ਦੀ ਮੇਰੀ ਹਿੰਮਤ ਨਹੀਂ ਹੋ ਰਹੀ ਸੀ। ਲੋਕ ਪਾਪਾ ਦੇ ਮ੍ਰਿਤਕ ਸਰੀਰ ਨੂੰ ਉਠਾਉਣ ਲਈ ਆ ਗਏ ਸਨ। ਮੈਂ ਵੀ ਉੱਥੋਂ ਉੱਠ ਖੜ੍ਹਾ ਹੋਇਆ। ਮੇਰਾ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ। ਜਿਸ ਵਕਤ ਮੈਂ ਆਪਣੇ ਪਾਪਾ ਦੇ ਮ੍ਰਿਤਕ ਸਰੀਰ ਨੂੰ ਮੋਢਾ ਦੇ ਰਿਹਾ ਸੀ, ਉਸ ਵਕਤ ਮੈਂ ਆਪਣੇ ਆਪ ਨੂੰ ਬਹੁਤ ਕਮਜ਼ੋਰ ਮਹਿਸੂਸ ਕਰ ਰਿਹਾ ਸੀ। ਅੱਜ ਪਾਪਾ ਦੇ ਚਲੇ ਜਾਣ ਤੋਂ ਬਾਅਦ ਮੈਨੂੰ ਉਹਨਾਂ ਦੀ ਅਹਿਮੀਅਤ ਦਾ ਅਹਿਸਾਸ ਹੋ ਰਿਹਾ ਸੀ। ਚਾਹੇ ਪਾਪਾ ਘੱਟ ਕਮਾਉਂਦੇ ਸਨ, ਉਹਨਾਂ ਦੀ ਇੰਨੀ ਆਮਦਨੀ ਨਹੀਂ ਸੀ, ਪਰ ਉਹਨਾਂ ਦਾ ਹੋਣਾ ਬਹੁਤ ਵੱਡਾ ਸਹਾਰਾ ਸੀ। ਮਾਂ ਸਾਰੀ ਜ਼ਿੰਦਗੀ ਪੈਸਿਆਂ ਦੀ ਖਾਤਰ ਲੜਦੀ ਰਹੀ ਅਤੇ ਹੁਣ ਪਾਪਾ ਹੀ ਨਹੀਂ ਰਹੇ। ਹੁਣ ਅਸੀਂ ਸ਼ਮਸ਼ਾਨ ਘਾਟ ਵਿੱਚ ਪਹੁੰਚ ਚੁੱਕੇ ਸੀ। ਮੈਨੂੰ ਅੱਜ ਇਸ ਗੱਲ ਦਾ ਅਹਿਸਾਸ ਹੋ ਰਿਹਾ ਸੀ ਕਿ ਜਿਨ੍ਹਾਂ ਲੋਕਾਂ ਦੇ ਮਾਂ-ਬਾਪ ਗੁਜ਼ਰ ਜਾਂਦੇ ਹਨ, ਉਹਨਾਂ ਦੇ ਦਿਲ 'ਤੇ ਕੀ ਬੀਤਦੀ ਹੈ। ਪਾਪਾ ਦਾ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਜਦੋਂ ਮੈਂ ਘਰ ਆਇਆ, ਸਾਰਿਆਂ ਲਈ ਭੋਜਨ ਤਿਆਰ ਸੀ ਤਾਂ ਆਏ ਹੋਏ ਸਾਰੇ ਲੋਕ ਭੋਜਨ ਖਾਣ ਲੱਗੇ ਅਤੇ ਮੈਂ ਸਾਰਿਆਂ ਲੋਕਾਂ ਨੂੰ ਹੈਰਾਨੀ ਨਾਲ ਦੇਖ ਰਿਹਾ ਸੀ। ਉਹ ਸਾਰੇ ਭੁੱਲ ਚੁੱਕੇ ਸਨ ਕਿ ਅਸੀਂ ਹੁਣੇ-ਹੁਣੇ ਕਿਸੇ ਦਾ ਅੰਤਿਮ ਸੰਸਕਾਰ ਕਰਕੇ ਆਏ ਹਾਂ। ਫਿਰ ਹੌਲੀ-ਹੌਲੀ ਲੋਕ ਆਪਣੇ-ਆਪਣੇ ਘਰਾਂ ਨੂੰ ਚਲੇ ਗਏ ਅਤੇ ਹੁਣ ਘਰ ਵਿੱਚ ਸਿਰਫ ਮੈਂ ਅਤੇ ਮੇਰੀ ਮਾਂ ਹੀ ਬਚੇ ਸੀ। ਮੈਂ ਬਿਲਕੁਲ ਚੁੱਪ ਸੀ। ਉਹ ਬਸ ਉਦਾਸੀ ਭਰੀਆਂ ਨਜ਼ਰਾਂ ਨਾਲ ਸਭ ਨੂੰ ਦੇਖ ਰਹੀ ਸੀ। ਕਦੇ ਉਹ ਆਪਣੀ ਚੁੰਨੀ ਵਿੱਚ ਮੂੰਹ ਲੁਕੋ ਕੇ ਰੋਣ ਲੱਗਦੀ। ਮਾਂ ਦੀ ਇਹ ਹਾਲਤ ਮੇਰੇ ਤੋਂ ਬਿਲਕੁਲ ਦੇਖੀ ਨਹੀਂ ਜਾ ਰਹੀ ਸੀ। ਪਾਪਾ ਨੇ ਸੁਬਹ ਤੋਂ ਕੁਝ ਵੀ ਨਹੀਂ ਖਾਧਾ ਸੀ, ਇਸ ਲਈ ਜਦੋਂ ਮੈਂ ਮਾਂ ਕੋਲ ਖਾਣਾ ਲੈ ਕੇ ਗਿਆ ਤਾਂ ਉਹ ਮੈਨੂੰ ਦੇਖ ਕੇ ਦੁਬਾਰਾ ਤੋਂ ਰੋਣ ਲੱਗ ਪਈ। ਉਸਨੂੰ ਰੋਂਦਾ ਵੇਖਣਾ ਮੇਰੇ ਲਈ ਬਹੁਤ ਮੁਸ਼ਕਲ ਸੀ। ਮੈਂ ਤਾਂ ਆਪਣੀ ਮਾਂ ਨੂੰ ਜ਼ਿੰਦਗੀ ਦਾ ਹਰ ਸੁੱਖ ਦੇਣਾ ਚਾਹੁੰਦਾ ਸੀ। ਮੈਨੂੰ ਨਹੀਂ ਪਤਾ ਸੀ ਕਿ ਮਾਂ ਨੂੰ ਇੰਨਾ ਵੱਡਾ ਦੁੱਖ ਮਿਲ ਜਾਵੇਗਾ। ਪਾਪਾ ਨੇ ਆਪਣੀ ਪੂਰੀ ਜ਼ਿੰਦਗੀ ਇੱਕ ਚੌਕੀਦਾਰੀ ਵਿੱਚ ਗੁਜ਼ਾਰ ਦਿੱਤੀ ਸੀ ਅਤੇ ਹੁਣ ਵੀ ਉਹਨਾਂ ਨੇ ਆਪਣੀ ਨੌਕਰੀ ਨਹੀਂ ਛੱਡੀ ਸੀ। ਜਦੋਂ ਕਿ ਮੈਂ ਪਾਪਾ ਨੂੰ ਇਹ ਕਹਿ ਕੇ ਥੱਕ ਗਿਆ ਸੀ ਕਿ ਜਦੋਂ ਮੈਂ ਕੰਮ ਕਰ ਰਿਹਾ ਹਾਂ ਤਾਂ ਤੁਹਾਨੂੰ ਕਮਾਉਣ ਦੀ ਕੀ ਜ਼ਰੂਰਤ ਹੈ। ਪਰ ਪਾਪਾ ਮੈਨੂੰ ਕਹਿੰਦੇ ਸੀ ਕਿ ਇਸ ਤਰ੍ਹਾਂ ਮੇਰੇ ਹੱਥ ਪੈਰ ਚੱਲਦੇ ਰਹਿਣਗੇ। ਜੇਕਰ ਮੈਂ ਘਰ ਵਿੱਚ ਬੈਠ ਗਿਆ ਤਾਂ ਮੈਂ ਬਿਲਕੁਲ ਹੀ ਬੇਕਾਰ ਹੋ ਜਾਵਾਂਗਾ। ਮਰਨ ਤੋਂ ਇੱਕ ਦਿਨ ਪਹਿਲਾਂ ਪਾਪਾ ਦੀ ਤਬੀਅਤ ਬਹੁਤ ਖਰਾਬ ਸੀ। ਮੈਂ ਪਾਪਾ ਨੂੰ ਕੰਮ ਤੋਂ ਜਾਣ ਲਈ ਵੀ ਮਨ੍ਹਾ ਕੀਤਾ ਸੀ, ਪਰ ਉਹ ਫਿਰ ਵੀ ਕੰਮ 'ਤੇ ਚਲੇ ਗਏ ਸੀ ਅਤੇ ਉੱਥੇ ਹੀ ਪਾਪਾ ਨੇ ਆਪਣਾ ਆਖਰੀ ਸਾਹ ਲਿਆ ਸੀ। ਉਹ ਇਸ ਤਰ੍ਹਾਂ ਅਚਾਨਕ ਮੈਨੂੰ ਛੱਡ ਕੇ ਚਲੇ ਜਾਣਗੇ, ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਮਾਂ ਨੂੰ ਕਿਹਾ, ਮਾਂ ਉੱਠ ਕੇ ਕੁਝ ਖਾ ਲੈ, ਤੂੰ ਸੁਬਹ ਤੋਂ ਭੁੱਖੀ ਹੈਂ। ਇਸ ਤਰ੍ਹਾਂ ਤਾਂ ਤੇਰੀ ਸਿਹਤ ਖਰਾਬ ਹੋ ਜਾਵੇਗੀ। ਮੇਰੀ ਗੱਲ ਸੁਣ ਕੇ ਮਾਂ ਨੇ ਸੁੰਨੀਆਂ ਅੱਖਾਂ ਨਾਲ ਮੈਨੂੰ ਦੇਖਿਆ ਅਤੇ ਕਹਿਣ ਲੱਗੀ, ਜਦੋਂ ਤੇਰੇ ਪਾਪਾ ਜਿਉਂਦੇ ਸਨ ਤਾਂ ਮੈਂ
ਜ਼ਿੰਦਗੀ ਵਿੱਚ ਉਸ ਦੀ ਕਦਰ ਨਹੀਂ ਕੀਤੀ ਸੀ ਅਤੇ ਹੁਣ ਉਹ ਚਲੇ ਗਏ ਹਨ ਤਾਂ ਮੈਨੂੰ ਅਹਿਸਾਸ ਹੋ ਰਿਹਾ ਹੈ ਉਸ ਦਾ ਹੋਣਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਜ਼ਰੂਰੀ ਸੀ। ਇਹ ਕਹਿ ਕੇ ਮਾਂ ਹੋਰ ਜ਼ਿਆਦਾ ਰੋਣ ਲੱਗੀ। ਮੈਂ ਖਾਣੇ ਦੀ ਪਲੇਟ ਮੇਜ਼ 'ਤੇ ਰੱਖੀ ਅਤੇ ਮਾਂ ਦੇ ਨਾਲ ਬੈਠ ਕੇ ਉਸਨੂੰ ਘੁੱਟ ਕੇ ਜੱਫੀ ਪਾ ਲਈ। ਮੈਂ ਆਪਣੀ ਮਾਂ ਨੂੰ ਕਈ ਸਾਲਾਂ ਬਾਅਦ ਦੇਖ ਰਿਹਾ ਸੀ ਅਤੇ ਉਹ ਇੰਨਾ ਜ਼ਿਆਦਾ ਰੋ ਰਹੀ ਸੀ। ਫਿਰ ਮੈਂ ਮਾਂ ਨੂੰ ਜ਼ਬਰਦਸਤੀ ਖਾਣਾ ਖਵਾਇਆ। ਉਸਨੇ ਬੜੀ ਹੀ ਮੁਸ਼ਕਲ ਨਾਲ ਬਸ ਰੋਟੀ ਦੀਆਂ 2-4 ਬੁਰਕੀਆਂ ਹੀ ਖਾਧੀਆਂ। ਉਸ ਤੋਂ ਬਾਅਦ ਉਸਨੇ ਖਾਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ। ਮੈਂ ਵੀ ਜ਼ਿਆਦਾ ਜ਼ੋਰ ਨਹੀਂ ਦਿੱਤਾ ਅਤੇ ਮਾਂ ਨੂੰ ਦਵਾਈ ਖਵਾ ਕੇ ਸੌਣ ਲਈ ਲਿਟਾ ਦਿੱਤਾ। ਬੇਸ਼ੱਕ ਅੱਜ ਦੀ ਰਾਤ ਮਾਂ ਅਤੇ ਮੇਰੇ ਲਈ ਬਹੁਤ ਭਾਰੀ ਸੀ। ਹੁਣ ਮੇਰੀ ਮਾਂ ਦਵਾਈਆਂ ਦੇ ਸਹਾਰੇ ਜਿਉਂ ਰਹੀ ਸੀ। ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ। ਇਸ ਲਈ ਮੈਂ ਘਰ ਦੀ ਛੱਤ 'ਤੇ ਜਾ ਕੇ ਬੈਠ ਗਿਆ। ਮੈਨੂੰ ਪਾਪਾ ਦੀ ਬਹੁਤ ਯਾਦ ਆ ਰਹੀ ਸੀ। ਮੈਂ ਪਾਪਾ ਦੇ ਆਖਰੀ ਸਮੇਂ ਵਿੱਚ ਉਸ ਦੇ ਨਾਲ ਨਹੀਂ ਸੀ। ਨਾ ਜਾਣੇ ਉਸ ਸਮੇਂ ਉਹਨਾਂ 'ਤੇ ਕੀ ਗੁਜ਼ਰੀ ਹੋਵੇਗੀ। ਬਸ ਇਹੀ ਸੋਚ ਕੇ ਮੇਰਾ ਦਿਲ ਬੈਠਿਆ ਜਾ ਰਿਹਾ ਸੀ। ਮੇਰੇ ਪਾਪਾ ਮੈਨੂੰ ਹਰ ਰੋਜ਼ ਫ਼ੋਨ 'ਤੇ ਇਹੀ ਸਵਾਲ ਪੁੱਛਦੇ ਸਨ ਕਿ ਬੇਟਾ ਤੂੰ ਵਾਪਸ ਕਦੋਂ ਆਵੇਂਗਾ ਅਤੇ ਮੈਂ ਉਸਨੂੰ ਇਹ ਤਸੱਲੀ ਦਿੰਦਾ ਸੀ ਕਿ ਪਾਪਾ ਬਸ ਮੈਂ ਜਲਦੀ ਹੀ ਵਾਪਸ ਆਵਾਂਗਾ। ਪਰ ਮੈਨੂੰ ਇਸ ਤਰ੍ਹਾਂ ਆਉਣਾ ਪਵੇਗਾ ਮੈਂ ਇਹ ਕਦੇ ਵੀ ਨਹੀਂ ਸੋਚਿਆ ਸੀ। ਮੇਰੀ ਸਾਰੀ ਰਾਤ ਇੱਦਾਂ ਹੀ ਗੁਜ਼ਰ ਗਈ ਅਤੇ ਪਾਪਾ ਦੀ ਯਾਦ ਇੱਕ ਪਲ ਲਈ ਵੀ ਮੇਰੇ ਦਿਲ ਵਿੱਚੋਂ ਨਹੀਂ ਨਿਕਲੀ। ਅਜਿਹਾ ਲੱਗ ਰਿਹਾ ਸੀ ਕਿ ਪਾਪਾ ਮੇਰੇ ਆਸ-ਪਾਸ ਹੀ ਹਨ। ਮੈਂ ਇੱਕ ਵਾਰ ਉਸਨੂੰ ਗੱਲ ਨਾਲ ਲਾਉਣਾ ਚਾਹੁੰਦਾ ਸੀ ਪਰ ਇਹ ਹੁਣ ਬਿਲਕੁਲ ਵੀ ਨਹੀਂ ਹੋ ਸਕਦਾ ਸੀ ਕਿਉਂਕਿ ਪਾਪਾ ਜਿੱਥੇ ਗਏ ਸਨ ਉੱਥੋਂ ਕੋਈ ਵੀ ਵਾਪਸ ਨਹੀਂ ਆਉਂਦਾ ਸੀ। ਮੇਰੇ ਦਿਲ ਦਾ ਬੋਝ ਸਮਾਂ ਬੀਤਣ ਦੇ ਨਾਲ-ਨਾਲ ਵੱਧਦਾ ਜਾ ਰਿਹਾ ਸੀ। ਅੱਜ ਮੈਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਵਿਦੇਸ਼ ਵਿੱਚ ਰਹਿਣ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਮੈਂ 1 ਮਹੀਨੇ ਬਾਅਦ ਵਾਪਸ ਮੁੜਨਾ ਸੀ ਪਰ ਮੈਂ ਆਪਣੀ ਮਾਂ ਨੂੰ ਇਕੱਲੀ ਛੱਡ ਕੇ ਜਾ ਨਹੀਂ ਸਕਦਾ ਸੀ। ਪਹਿਲਾਂ ਤਾਂ ਪਾਪਾ ਜਿਉਂਦੇ ਸੀ ਅਤੇ ਮਾਂ ਦੇ ਨਾਲ ਸਨ ਪਰ ਹੁਣ ਮਾਂ ਬਿਲਕੁਲ ਇਕੱਲੀ ਰਹਿ ਗਈ ਸੀ ਅਤੇ ਹੁਣ ਉਹ ਚੁੱਪ ਜਿਹੀ ਹੋ ਗਈ ਸੀ। ਮਾਂ ਹਰ ਵਕਤ ਮੈਨੂੰ ਇਹੀ ਕਹਿੰਦੀ ਸੀ ਕਿ ਮੈਂ ਤਾਂ ਸਾਰੀ ਉਮਰ ਤੇਰੇ ਪਾਪਾ ਨਾਲ ਪੈਸਿਆਂ ਲਈ ਲੜਦੀ ਰਹਿੰਦੀ ਸੀ ਅਤੇ ਹੁਣ ਜਦੋਂ ਸਾਡੇ ਘਰ ਦੇ ਹਾਲਾਤ ਚੰਗੇ ਹੋ ਗਏ ਹਨ ਤਾਂ ਤੇਰੇ ਪਾਪਾ ਛੱਡ ਕੇ ਹੀ ਚਲੇ ਗਏ। ਉਸ ਦਿਨ ਮਾਂ ਨੇ ਮੇਰੇ ਤੋਂ ਪੁੱਛਿਆ ਕਿ ਤੂੰ ਵਾਪਸ ਕਦੋਂ ਜਾਵੇਂਗਾ। ਮੈਂ ਮਾਂ ਤੋਂ ਨਜ਼ਰਾਂ ਚੁਰਾਉਂਦੇ ਹੋਏ ਜਵਾਬ ਦਿੱਤਾ ਕਿ ਮੈਂ ਮਹੀਨੇ ਦੀ ਛੁੱਟੀ ਲੈ ਕੇ ਆਇਆ ਹਾਂ। 1 ਮਹੀਨੇ ਬਾਅਦ ਮੈਨੂੰ ਵਾਪਸ ਜਾਣਾ ਪਵੇਗਾ ਨਹੀਂ ਤਾਂ ਉਹ ਮੈਨੂੰ ਨੌਕਰੀ ਤੋਂ ਕੱਢ ਦੇਣਗੇ। ਮੇਰੀ ਗੱਲ ਸੁਣ ਕੇ ਮਾਂ ਬਿਲਕੁਲ ਚੁੱਪ ਹੋ ਗਈ ਅਤੇ ਇੱਕ-ਟੱਕ ਮੈਨੂੰ ਦੇਖਣ ਲੱਗੀ ਕਿ ਤੂੰ ਮੈਨੂੰ 1 ਮਹੀਨੇ ਬਾਅਦ ਛੱਡ ਕੇ ਚਲਾ ਜਾਵੇਂਗਾ ਤਾਂ ਮੈਂ ਇਸ ਘਰ ਵਿੱਚ ਕਿਸ ਦੇ ਨਾਲ ਰਹਾਂਗੀ। ਮੈਂ ਤਾਂ ਬਿਲਕੁਲ ਇਕੱਲੀ ਰਹਿ ਜਾਵਾਂਗੀ। ਪਰ ਮੈਂ ਵੀ ਆਪਣੀ ਨੌਕਰੀ ਦੇ ਹੱਥੋਂ ਮਜਬੂਰ ਸੀ। ਜੇਕਰ ਮੈਂ ਵਾਪਸ ਨਾ ਜਾਂਦਾ ਤਾਂ ਮੇਰਾ ਇੱਕ ਚੰਗੇ ਭਵਿੱਖ ਦਾ ਸੁਪਨਾ ਚਕਨਾਚੂਰ ਹੋ ਜਾਣਾ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਹਾਲ ਵਿੱਚ ਕੀ ਕਰਾਂ। ਇੱਕ ਪਾਸੇ ਮੈਂ ਨੌਕਰੀ ਨਹੀਂ ਛੱਡ ਸਕਦਾ ਸੀ ਤੇ ਦੂਜੇ ਪਾਸੇ ਮੈਂ ਮਾਂ ਨੂੰ ਵੀ ਇਸ ਤਰ੍ਹਾਂ ਇਕੱਲੀ ਨਹੀਂ ਛੱਡ ਸਕਦਾ ਸੀ। ਇੱਕ ਦਿਨ ਮਾਂ ਮੇਰੇ ਕਮਰੇ ਵਿੱਚ ਆਈ ਅਤੇ ਚੁੱਪ ਕਰਕੇ ਬੈੱਡ 'ਤੇ ਬੈਠ ਗਈ। ਮੈਂ ਕਾਫ਼ੀ ਦੇਰ ਤੱਕ ਮਾਂ ਨੂੰ ਦੇਖਦਾ ਰਿਹਾ ਕਿ ਨਾ ਜਾਣੇ ਮਾਂ ਮੇਰੇ ਨਾਲ ਕੀ ਗੱਲ ਕਰਨ ਆਈ ਹੈ। ਜਦੋਂ ਮੈਂ ਦੇਖਿਆ ਮਾਂ ਕਾਫ਼ੀ ਦੇਰ ਤੱਕ ਚੁੱਪ ਕਰਕੇ ਬੈਠੀ ਰਹੀ ਤਾਂ ਮੈਂ ਖੁਦ ਹੀ ਮਾਂ ਨਾਲ ਗੱਲ ਕੀਤੀ। ਮਾਂ ਡੂੰਘੀ ਸੋਚ ਵਿੱਚ ਡੁੱਬੀ ਹੋਈ ਸੀ। ਉਸਨੇ ਮੇਰੇ ਵੱਲ ਵੇਖਿਆ ਤੇ ਕਿਹਾ ਤੂੰ ਕੁਝ ਕਹਿ ਰਿਹਾ ਹੈ। ਫਿਰ ਮੈਂ ਆਪਣੀ ਮਾਂ ਵੱਲ ਧਿਆਨ ਨਾਲ ਦੇਖਿਆ ਤਾਂ ਉਹ ਕੱਲ੍ਹ ਤੋਂ ਕੁਝ ਪਰੇਸ਼ਾਨ ਲੱਗ ਰਹੀ ਸੀ। ਮੈਂ ਆਪਣੀ ਮਾਂ ਦੇ ਪੈਰਾਂ ਵਿੱਚ ਬੈਠਦੇ ਹੋਏ ਕਿਹਾ ਕਿ ਮਾਂ ਜੇਕਰ ਕੋਈ ਗੱਲ ਹੈ ਤਾਂ ਤੂੰ ਮੈਨੂੰ ਦੱਸ ਸਕਦੀ ਹੈ। ਇਸ ਵਿੱਚ ਇੰਨੀ ਸੋਚਣ ਵਾਲੀ ਕੀ ਗੱਲ ਹੈ। ਮੇਰੀ ਗੱਲ ਸੁਣ ਕੇ ਮਾਂ ਨੇ ਮੇਰੇ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਿਆ ਤੇ ਕਹਿਣ ਲੱਗੀ ਕਿ ਇਸ ਵਕਤ ਮੈਨੂੰ ਇਹ ਗੱਲ ਕਰਨਾ ਠੀਕ ਨਹੀਂ ਲੱਗ ਰਿਹਾ ਸੀ ਪਰ ਤੇਰੇ ਪਾਪਾ ਦੇ ਜਾਣ ਤੋਂ ਬਾਅਦ ਮੈਂ ਬਹੁਤ ਇਕੱਲੀ ਰਹਿ ਗਈ ਹਾਂ। ਇਸ ਲਈ ਮੈਂ ਚਾਹੁੰਦੀ ਹਾਂ ਜਾਣ ਤੋਂ ਪਹਿਲਾਂ ਮੈਂ ਤੇਰਾ ਵਿਆਹ ਕਰ ਦੇਵਾਂ ਤਾਂ ਜੋ ਮੈਨੂੰ ਇਸ ਘਰ ਵਿੱਚ ਇਕੱਲੇ ਨਾ ਰਹਿਣਾ ਪਵੇ ਅਤੇ ਤੂੰ ਵੀ ਮੇਰੀ ਤਰਫੋਂ ਬੇਫਿਕਰ ਹੋ ਕੇ ਆਪਣੇ ਕੰਮ 'ਤੇ ਜਾ ਸਕਦਾ ਹੈ। ਮੈਂ ਆਪਣੀ ਮਾਂ ਦੀ ਗੱਲ ਠੰਡੇ ਦਿਮਾਗ ਨਾਲ ਸੁਣੀ ਅਤੇ ਉਸ ਨੂੰ ਕਿਹਾ ਕਿ ਮਾਂ ਤੂੰ ਇੰਨੀ ਜਿਹੀ ਗੱਲ ਲਈ ਇੰਨਾ ਜ਼ਿਆਦਾ ਪਰੇਸ਼ਾਨ ਸੀ। ਮੈਂ ਜਾਣ ਤੋਂ ਪਹਿਲਾਂ ਵਿਆਹ ਕਰਵਾ ਲਵਾਂਗਾ। ਪਰ ਮਾਂ ਦੀ ਪਰੇਸ਼ਾਨੀ ਅਜੇ ਵੀ ਦੂਰ ਨਹੀਂ ਹੋਈ ਸੀ। ਮਾਂ ਨੇ ਮੈਨੂੰ ਝਿਜਕਦੇ ਹੋਏ ਕਿਹਾ ਕਿ ਜੇਕਰ ਤੈਨੂੰ ਕੋਈ ਪਸੰਦ ਹੈ ਤਾਂ ਮੈਨੂੰ ਦੱਸ, ਮੈਂ ਤੇਰਾ ਵਿਆਹ ਉਸ ਨਾਲ ਕਰਵਾ ਦੇਵਾਂਗੀ। ਮੈਂ ਮੁਸਕਰਾ ਕੇ ਆਪਣੀ ਮਾਂ ਵੱਲ ਵੇਖਿਆ ਤੇ ਕਿਹਾ ਕਿ ਮਾਂ ਮੈਨੂੰ ਕੋਈ ਵੀ ਪਸੰਦ ਨਹੀਂ ਹੈ। ਤੁਸੀਂ ਮੇਰਾ ਵਿਆਹ ਆਪਣੀ ਮਰਜ਼ੀ ਨਾਲ ਕਰ ਦਿਓ। ਮੇਰੀ ਇਹ ਗੱਲ ਸੁਣ ਕੇ ਮਾਂ ਦੇ ਚਿਹਰੇ 'ਤੇ ਖੁਸ਼ੀ ਆ ਗਈ ਪਰ ਫਿਰ ਕੁਝ ਸੋਚ ਕੇ ਮਾਂ ਚੁੱਪ ਹੋ ਗਈ ਅਤੇ ਮੈਨੂੰ ਕਹਿਣ ਲੱਗੀ ਤੇਰੇ ਲਈ ਇੱਕ ਲੜਕੀ ਪਸੰਦ ਕੀਤੀ ਹੈ ਪਰ ਮੈਂ ਇਹ ਨਹੀਂ ਜਾਣਦੀ ਕਿ ਤੂੰ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਵੇਂਗਾ ਜਾਂ ਨਹੀਂ। ਮੈਂ ਤੇਰੇ ਨਾਲ ਕੋਈ ਜ਼ਬਰਦਸਤੀ ਵੀ ਨਹੀਂ ਕਰਨਾ ਚਾਹੁੰਦੀ। ਜੇਕਰ ਤੇਰੀ ਮਰਜ਼ੀ ਹੋਵੇ ਤਾਂ ਤੂੰ ਉਸ ਕੁੜੀ ਨਾਲ ਵਿਆਹ ਕਰਵਾਉਣਾ ਨਹੀਂ ਤਾਂ ਕੋਈ ਗੱਲ ਨਹੀਂ। ਮਾਂ ਨੇ ਮੇਰੇ ਤੋਂ ਨਜ਼ਰਾਂ ਚੁਰਾਉਂਦੇ ਹੋਏ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਤੂੰ ਸੁੱਖੀ ਨਾਲ ਵਿਆਹ ਕਰਵਾ ਲੈ। ਸੁੱਖੀ ਦਾ ਨਾਮ ਸੁਣਦੇ ਹੀ ਮੈਂ ਆਪਣੀ ਮਾਂ ਵੱਲ ਵੇਖਣ ਲੱਗਿਆ। ਸੁੱਖੀ ਮੇਰੀ ਰਿਸ਼ਤੇਦਾਰੀ ਵਿੱਚੋਂ ਹੀ ਸੀ ਅਤੇ ਉਹ ਕੁਝ ਮਹੀਨੇ ਪਹਿਲਾਂ ਹੀ ਵਿਧਵਾ ਹੋਈ ਸੀ। ਪਾਪਾ ਨੇ ਮੈਨੂੰ ਫ਼ੋਨ 'ਤੇ ਦੱਸਿਆ ਸੀ
ਕਿ ਸੁੱਖੀ ਦੇ ਪਤੀ ਦੀ ਕੈਂਸਰ ਨਾਲ ਮੌਤ ਹੋ ਗਈ ਹੈ, ਜਦੋਂ ਕਿ ਉਸ ਵਕਤ ਸੁੱਖੀ ਦੇ ਵਿਆਹ ਨੂੰ ਅਜੇ 6 ਮਹੀਨੇ ਹੀ ਬੀਤੇ ਸਨ, ਜਦੋਂ ਉਸ 'ਤੇ ਇਹ ਮੁਸੀਬਤ ਆ ਪਈ ਸੀ। ਮਾਂ ਹਮੇਸ਼ਾ ਤੋਂ ਇਹੀ ਚਾਹੁੰਦੀ ਸੀ ਕਿ ਉਹ ਸੁੱਖੀ ਨੂੰ ਆਪਣੀ ਨੂੰਹ ਬਣਾ ਕੇ ਇਸ ਘਰ ਵਿੱਚ ਲੈ ਆਵੇ, ਪਰ ਜਦੋਂ ਉਹਨਾਂ ਨੇ ਇਸ ਬਾਰੇ ਸੁੱਖੀ ਦੀ ਮਾਂ ਨਾਲ ਗੱਲ ਕੀਤੀ ਤਾਂ ਉਸਨੇ ਸਾਫ਼ ਮਨ੍ਹਾ ਕਰ ਦਿੱਤਾ ਸੀ, ਕਿਉਂਕਿ ਉਸ ਵਕਤ ਸਾਡੇ ਘਰ ਦੇ ਹਾਲਾਤ ਚੰਗੇ ਨਹੀਂ ਸਨ। ਉਹ ਸੁੱਖੀ ਦਾ ਵਿਆਹ ਕਿਸੇ ਵੱਡੇ ਘਰਾਣੇ ਵਿੱਚ ਕਰਨਗੇ, ਇਸ ਲਈ ਉਹਨਾਂ ਨੇ ਮਨ੍ਹਾ ਕਰ ਦਿੱਤਾ ਸੀ। ਅਤੇ ਹੁਣ ਜਦੋਂ ਸੁੱਖੀ ਵਿਧਵਾ ਹੋ ਗਈ ਸੀ ਤਾਂ ਮਾਂ ਸਭ ਭੁੱਲ ਭੁਲਾ ਕੇ ਇੱਕ ਵਾਰ ਫਿਰ ਸੁੱਖੀ ਨੂੰ ਇਸ ਘਰ ਵਿੱਚ ਲਿਆਉਣ ਲਈ ਰਾਜ਼ੀ ਸੀ। ਅਤੇ ਇਹ ਗੱਲ ਸੁੱਖੀ ਦੀ ਮਾਂ ਨੇ ਵੀ ਮੇਰੀ ਮਾਂ ਦੇ ਕੰਨਾਂ ਵਿੱਚ ਪਾਈ ਸੀ, ਕਿਉਂਕਿ ਉਹ ਜਾਣਦੀ ਸੀ ਕਿ ਉਸਦੀ ਵਿਧਵਾ ਬੇਟੀ ਦਾ ਰਿਸ਼ਤਾ ਬੜੀ ਮੁਸ਼ਕਲ ਨਾਲ ਹੋਵੇਗਾ, ਅਤੇ ਜੇਕਰ ਉਸਦਾ ਵਿਆਹ ਹੋ ਵੀ ਗਿਆ ਤਾਂ ਉਸਨੂੰ ਕੋਈ ਵੱਡੀ ਉਮਰ ਦਾ ਆਦਮੀ ਹੀ ਮਿਲੂਗਾ ਅਤੇ ਸੁੱਖੀ ਨੂੰ ਦੂਜਿਆਂ ਦੇ ਬੱਚੇ ਸੰਭਾਲਣੇ ਪੈਣਗੇ। ਇਸ ਲਈ ਸੁੱਖੀ ਦੀ ਮਾਂ ਨੇ ਮੇਰੀ ਮਾਂ ਨਾਲ ਗੱਲ ਕੀਤੀ ਸੀ ਅਤੇ ਮਾਂ ਇਸ ਰਿਸ਼ਤੇ ਲਈ ਜਲਦੀ ਰਾਜ਼ੀ ਵੀ ਹੋ ਗਈ ਸੀ। ਮਾਂ ਦੀ ਖੁਸ਼ੀ ਲਈ ਮੈਂ ਵੀ ਇਸ ਰਿਸ਼ਤੇ ਲਈ ਮੰਨ ਗਿਆ ਅਤੇ ਇਸ ਰਿਸ਼ਤੇ ਲਈ ਹਾਮੀ ਭਰ ਦਿੱਤੀ। ਹੁਣ ਮਾਂ ਮੇਰੀ ਰਜ਼ਾਮੰਦੀ ਜਾਣ ਕੇ ਬਹੁਤ ਖੁਸ਼ ਹੋਈ। ਮੈਂ ਪਹਿਲੀ ਵਾਰ ਮਾਂ ਨੂੰ ਇੰਨਾ ਜ਼ਿਆਦਾ ਖੁਸ਼ ਦੇਖਿਆ ਸੀ। ਮੈਂ ਆਪਣੀ ਮਾਂ ਦੀ ਖੁਸ਼ੀ ਵਿੱਚ ਬਹੁਤ ਖੁਸ਼ ਸੀ। ਮਾਂ ਇਹ ਗੱਲ ਖੁਸ਼ੀ-ਖੁਸ਼ੀ ਸੁੱਖੀ ਦੀ ਮਾਂ ਨੂੰ ਦੱਸਣ ਲਈ ਚਲੀ ਗਈ। ਮੇਰੀ ਮਾਂ ਮੇਰਾ ਵਿਆਹ ਬਿਲਕੁਲ ਸਧਾਰਨ ਤਰੀਕੇ ਨਾਲ ਕਰਨਾ ਚਾਹੁੰਦੀ ਸੀ, ਕਿਉਂਕਿ ਮੇਰੇ ਪਾਪਾ ਦਾ ਹੁਣੇ-ਹੁਣੇ ਦੇਹਾਂਤ ਹੋਇਆ ਸੀ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਕੋਈ ਵੀ ਖੁਸ਼ੀ ਨਹੀਂ ਮਨਾਉਣਾ ਚਾਹੁੰਦਾ ਸੀ। ਇਸ ਲਈ ਮੈਂ ਬਿਲਕੁਲ ਸਧਾਰਨ ਤਰੀਕੇ ਨਾਲ ਵਿਆਹ ਕਰਵਾ ਲਿਆ ਅਤੇ ਹੁਣ ਸੁੱਖੀ ਵਿਆਹ ਕੇ ਮੇਰੇ ਘਰ ਆ ਗਈ ਸੀ। ਸੁੱਖੀ ਨੂੰ ਆਪਣੇ ਘਰ ਦੀ ਨੂੰਹ ਬਣਾ ਕੇ ਮੇਰੀ ਮਾਂ ਬਹੁਤ ਖੁਸ਼ ਸੀ। ਮੈਂ ਇੱਕ ਨਵਾਂ ਘਰ ਵੀ ਖਰੀਦ ਲਿਆ ਸੀ ਅਤੇ ਇਹ ਘਰ ਸਾਡੇ ਪੁਰਾਣੇ ਘਰ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਸੀ। ਨਵੇਂ ਘਰ ਵਿੱਚ ਸ਼ਿਫਟ ਹੋ ਕੇ ਮੈਂ ਸਭ ਤੋਂ ਪਹਿਲਾਂ ਮਾਂ ਦੇ ਕਮਰੇ ਵਿੱਚ ਆਰਾਮ ਲਈ ਹਰ ਚੀਜ਼ ਲਗਵਾ ਦਿੱਤੀ ਸੀ, ਤਾਂ ਜੋ ਮਾਂ ਨੂੰ ਕਿਸੇ ਵੀ ਚੀਜ਼ ਲਈ ਪਰੇਸ਼ਾਨ ਹੋਣ ਦੀ ਜ਼ਰੂਰਤ ਨਾ ਪਵੇ। ਮੈਂ ਮਾਂ ਦੇ ਕਮਰੇ ਵਿੱਚ ਸਰਦੀਆਂ ਲਈ ਹੀਟਰ ਵੀ ਲਗਵਾ ਦਿੱਤਾ ਸੀ। ਮਾਂ ਆਪਣੇ ਪੁਰਾਣੇ ਘਰ ਨੂੰ ਛੱਡ ਕੇ ਇਸ ਘਰ ਵਿੱਚ ਨਹੀਂ ਆਉਣਾ ਚਾਹੁੰਦੀ ਸੀ। ਮੈਂ ਆਪਣੀ ਮਾਂ ਨੂੰ ਬੜੀ ਮੁਸ਼ਕਲ ਨਾਲ ਇੱਥੇ ਆਉਣ ਲਈ ਰਾਜ਼ੀ ਕੀਤਾ। ਸੁੱਖੀ ਵੀ ਨਵੇਂ ਘਰ ਵਿੱਚ ਆ ਕੇ ਬਹੁਤ ਖੁਸ਼ ਸੀ। ਸੁੱਖੀ ਮਾਂ ਦਾ ਬਹੁਤ ਖਿਆਲ ਰੱਖਦੀ ਸੀ ਅਤੇ ਹੁਣ ਮੈਂ ਵੀ ਮਾਂ ਦੀ ਤਰਫੋਂ ਬੇਫਿਕਰ ਹੋ ਗਿਆ ਸੀ ਕਿ ਮੇਰੇ ਜਾਣ ਤੋਂ ਬਾਅਦ ਸੁੱਖੀ ਮਾਂ ਦਾ ਬਹੁਤ ਖਿਆਲ ਰੱਖੇਗੀ। ਇੱਦਾਂ ਹੀ ਦੇਖਦੇ-ਦੇਖਦੇ 1 ਮਹੀਨਾ ਕਿਵੇਂ ਗੁਜ਼ਰ ਗਿਆ ਪਤਾ ਹੀ ਨਹੀਂ ਲੱਗਿਆ। ਇਸ 1 ਮਹੀਨੇ ਵਿੱਚ ਪਾਪਾ ਦੇ ਜਾਣ ਦਾ ਦੁੱਖ ਵੀ ਪਹਿਲਾਂ ਨਾਲੋਂ ਕਾਫੀ ਘਟ ਗਿਆ ਸੀ, ਪਰ ਮੇਰੇ ਦਿਲ ਵਿੱਚ ਜੋ ਮਾਂ ਨੂੰ ਲੈ ਕੇ ਪਰੇਸ਼ਾਨੀ ਸੀ, ਉਹ ਵੀ ਸੁੱਖੀ ਦੇ ਆਉਣ ਨਾਲ ਦੂਰ ਹੋ ਗਈ ਸੀ। ਪਹਿਲਾਂ ਤਾਂ ਮੈਂ ਮਾਂ ਦੀ ਖੁਸ਼ੀ ਲਈ ਸੁੱਖੀ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਹੋਇਆ ਸੀ, ਪਰ ਹੁਣ ਸੁੱਖੀ ਨੇ ਆਪਣੇ ਮਿੱਠੇ ਸੁਭਾਅ ਦੀ ਵਜ੍ਹਾ ਨਾਲ ਮੇਰੇ ਦਿਲ ਵਿੱਚ ਜਗ੍ਹਾ ਬਣਾ ਲਈ ਸੀ। ਮੈਂ ਸੁੱਖੀ ਨੂੰ ਹੁਣ ਖੁੱਲ੍ਹੇ ਦਿਲ ਨਾਲ ਕਬੂਲ ਕਰ ਲਿਆ ਸੀ। ਮੈਂ ਮਾਂ ਲਈ ਅਤੇ ਸੁੱਖੀ ਲਈ ਇਸ ਘਰ ਵਿੱਚ ਹਰ ਸੁੱਖ ਸਹੂਲਤ ਦਾ ਇੰਤਜ਼ਾਮ ਕਰ ਦਿੱਤਾ ਸੀ, ਤਾਂ ਜੋ ਮੇਰੇ ਚਲੇ ਜਾਣ ਤੋਂ ਬਾਅਦ ਉਹਨਾਂ ਦੋਹਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਹੁਣ ਮੈਂ ਮਾਂ ਦੇ ਨਾਲ-ਨਾਲ ਸੁੱਖੀ ਦਾ ਖਿਆਲ ਵੀ ਰੱਖਣਾ ਸੀ। ਸੁੱਖੀ ਮੇਰੀ ਸੋਚ ਤੋਂ ਵੱਧ ਚੰਗੀ ਸਾਬਤ ਹੋਈ। ਮਾਂ ਪਾਪਾ ਦੇ ਚਲੇ ਜਾਣ ਤੋਂ ਬਾਅਦ ਚਿੜਚਿੜੀ ਜਿਹੀ ਰਹਿਣ ਲੱਗੀ ਸੀ। ਅਕਸਰ ਸੁੱਖੀ 'ਤੇ ਵੀ ਗੁੱਸੇ ਹੋ ਜਾਇਆ ਕਰਦੀ ਸੀ, ਤਾਂ ਮੈਂ ਸੁੱਖੀ ਨੂੰ ਇਹੀ ਸਮਝਾਉਂਦਾ ਕਿ ਮਾਂ ਬਿਮਾਰ ਰਹਿੰਦੀ ਹੈ, ਇਸ ਲਈ ਉਸਦੀ ਕਿਸੇ ਵੀ ਗੱਲ ਦਾ ਗੁੱਸਾ ਨਾ ਕਰਨਾ, ਅਤੇ ਸੁੱਖੀ ਮੁਸਕਰਾ ਕੇ ਚੁੱਪ ਹੋ ਜਾਇਆ ਕਰਦੀ ਸੀ। ਉਹ ਮੇਰੇ ਕੋਲ ਮਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਕਰਦੀ ਸੀ, ਇਸ ਕਰਕੇ ਮੈਂ ਵੀ ਸੁੱਖੀ ਦੀ ਤਰਫੋਂ ਤਸੱਲੀ ਵਿੱਚ ਸੀ। 1 ਮਹੀਨਾ ਕਿਵੇਂ ਬੀਤਿਆ ਪਤਾ ਹੀ ਨਹੀਂ ਲੱਗਿਆ ਅਤੇ ਅੱਜ ਮੇਰੇ ਵਾਪਸ ਜਾਣ ਦਾ ਦਿਨ ਵੀ ਆ ਗਿਆ। ਸੁਬਹ ਤੋਂ ਹੀ ਮੇਰਾ ਦਿਲ ਬਹੁਤ ਭਾਰੀ ਜਿਹਾ ਹੋ ਰਿਹਾ ਸੀ। ਮਾਂ ਨੂੰ ਛੱਡ ਕੇ ਜਾਣ ਦਾ ਖਿਆਲ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਿਹਾ ਸੀ। ਆਖਿਰਕਾਰ ਮੈਨੂੰ ਆਪਣੇ ਕੰਮ 'ਤੇ ਵਾਪਸ ਜਾਣਾ ਹੀ ਪੈਣਾ ਸੀ ਅਤੇ ਹੁਣ ਮੈਂ ਵਾਪਸ ਆਪਣੇ ਕੰਮ 'ਤੇ ਆ ਗਿਆ ਸੀ। ਘਰ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਮੈਂ ਦਿਨ ਵਿੱਚ 2 ਟਾਈਮ ਆਪਣੀ ਮਾਂ ਤੇ ਪਤਨੀ ਦਾ ਹਾਲ ਪੁੱਛਿਆ ਕਰਦਾ ਸੀ। ਜਿੱਥੇ ਮੈਂ ਨਵਾਂ ਘਰ ਖਰੀਦਿਆ ਸੀ ਉੱਥੇ ਸਾਡੀ ਜਾਣ ਪਹਿਚਾਣ ਦਾ ਕੋਈ ਵੀ ਨਹੀਂ ਸੀ, ਇਸ ਲਈ ਹੁਣ ਮੈਨੂੰ ਥੋੜ੍ਹੀ ਪਰੇਸ਼ਾਨੀ ਹੋ ਰਹੀ ਸੀ। ਮਾਂ ਮੈਨੂੰ ਹਰ ਵਾਰ ਇਹੀ ਤਸੱਲੀ ਦਿੰਦੀ ਸੀ ਕਿ ਸਭ ਠੀਕ ਹੈ ਅਤੇ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਮੈਂ ਵੀ ਆਪਣੀ ਮਾਂ ਨੂੰ ਤਸੱਲੀਆਂ ਦੇ ਕੇ ਫ਼ੋਨ ਕੱਟ ਦਿੰਦਾ ਸੀ। ਮਾਂ ਬਸ ਮੈਨੂੰ ਹਮੇਸ਼ਾ ਇਹੀ ਸਵਾਲ ਕਰਦੀ ਸੀ ਕਿ ਤੂੰ ਵਾਪਸ ਕਦੋਂ ਆਵੇਂਗਾ, ਅਤੇ ਇਸ ਸਵਾਲ ਦਾ ਜਵਾਬ ਅਜੇ ਮੇਰੇ ਕੋਲ ਨਹੀਂ ਸੀ। ਮਾਂ ਮੈਨੂੰ ਕਹਿੰਦੀ ਕਿ ਤੇਰੇ ਪਾਪਾ ਦੇ ਚਲੇ ਜਾਣ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਹੀ ਰਹਿੰਦੀ ਹਾਂ, ਅਤੇ ਮੈਂ ਉਸ ਨੂੰ ਇਹੀ ਕਹਿੰਦਾ ਸੀ ਕਿ ਮਾਂ ਤੂੰ ਪਰੇਸ਼ਾਨ ਕਿਉਂ ਹੁੰਦੀ ਹੈ, ਤੇਰੇ ਕੋਲ ਸੁੱਖੀ ਵੀ ਤਾਂ ਹੈ। ਮੈਂ ਕਾਫੀ ਸਾਲ ਉਸੇ ਜਗ੍ਹਾ ਵਿੱਚ ਕੰਮ ਕਰਦਾ ਰਿਹਾ। ਜਦੋਂ ਕੰਪਨੀ ਵਾਲਿਆਂ ਨੇ ਦੇਖਿਆ ਕਿ ਮੇਰੀ ਪਰਫਾਰਮੈਂਸ ਬਹੁਤ ਚੰਗੀ ਹੈ ਤਾਂ ਉਹਨਾਂ ਨੇ ਮੇਰੀ ਤਨਖਾਹ ਹੋਰ ਵਧਾ ਦਿੱਤੀ, ਅਤੇ ਇਸ ਬਾਰੇ ਸੁਣ ਕੇ ਮੈਂ ਬਹੁਤ ਖੁਸ਼ ਹੋਇਆ, ਕਿਉਂਕਿ ਹੁਣ ਮੇਰੀ ਤਨਖਾਹ ਡਬਲ ਹੋ ਰਹੀ ਸੀ ਤੇ ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਵੀ ਨਹੀਂ ਕਰਨਾ ਪੈ ਰਿਹਾ ਸੀ। ਪਰ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਕੰਪਨੀ ਵਾਲੇ ਮੈਨੂੰ ਕਿਸੇ ਹੋਰ ਜਗ੍ਹਾ ਭੇਜ ਰਹੇ ਹਨ ਜਿੱਥੇ ਨੈਟਵਰਕ ਬਿਲਕੁਲ ਵੀ ਨਹੀਂ ਹੈ, ਤਾਂ ਮੈਂ ਥੋੜ੍ਹਾ ਪਰੇਸ਼ਾਨ ਹੋ ਗਿਆ। ਪਰ ਫਿਰ ਮੈਂ ਸੋਚਿਆ ਕਿ ਕਿਸੇ ਨਾ ਕਿਸੇ ਤਰ੍ਹਾਂ ਘਰ ਵਾਲਿਆਂ ਨਾਲ ਤਾਂ ਗੱਲ ਹੋ ਹੀ ਜਾਵੇਗੀ। ਪਰ ਜਦੋਂ ਉੱਥੇ ਜਾ ਕੇ ਮੈਂ ਫ਼ੋਨ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਨੈਟਵਰਕ ਬਿਲਕੁਲ ਵੀ ਕੰਮ ਨਹੀਂ ਕਰ ਰਿਹਾ ਸੀ
ਤੇ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ ਅਤੇ ਮੈਂ ਆਪਣੇ ਘਰ ਗੱਲ ਨਹੀਂ ਕਰ ਸਕਿਆ। ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ ਕਿਉਂਕਿ ਮੈਂ ਅਜਿਹਾ ਆਦਮੀ ਨਹੀਂ ਸੀ। ਜੇਕਰ ਮੈਂ ਆਪਣੇ ਘਰ ਵਾਲਿਆਂ ਦੇ ਨਾਲ ਗੱਲ ਨਹੀਂ ਕਰਦਾ ਸੀ ਤਾਂ ਮੈਨੂੰ ਚੈਨ ਨਹੀਂ ਮਿਲਦਾ ਸੀ। ਮੈਨੂੰ ਆਪਣੀ ਮਾਂ ਤੇ ਪਤਨੀ ਦੀ ਬਹੁਤ ਚਿੰਤਾ ਹੋ ਰਹੀ ਸੀ। ਮੈਂ ਇੱਥੇ 1 ਮਹੀਨਾ ਰਹਿ ਕੇ ਕੰਮ ਕਰਨਾ ਸੀ ਅਤੇ ਫਿਰ ਤੋਂ ਉੱਥੇ ਹੀ ਵਾਪਸ ਜਾਣਾ ਸੀ ਜਿੱਥੋਂ ਮੈਂ ਆਇਆ ਸੀ। ਇਹ 1 ਮਹੀਨਾ ਮੈਂ ਬੜੀ ਮੁਸ਼ਕਲ ਨਾਲ ਕੱਢਿਆ ਸੀ। ਜਿਸ ਦਿਨ ਮੈਂ ਵਾਪਸ ਉਸੇ ਜਗ੍ਹਾ ਆ ਰਿਹਾ ਸੀ ਤਾਂ ਮੈਂ ਬਹੁਤ ਖੁਸ਼ ਸੀ ਕਿਉਂਕਿ ਸਭ ਤੋਂ ਪਹਿਲਾਂ ਜਾਂਦੇ ਹੀ ਮੈਂ ਆਪਣੀ ਮਾਂ ਅਤੇ ਪਤਨੀ ਨਾਲ ਗੱਲ ਕਰਨੀ ਸੀ। ਮੈਂ ਉਹਨਾਂ ਲਈ ਬਹੁਤ ਪਰੇਸ਼ਾਨ ਸੀ। ਮੈਨੂੰ ਮਾਂ ਬਾਰੇ ਸੋਚ ਕੇ ਫਿਕਰ ਹੋ ਰਹੀ ਸੀ। ਮੇਰੇ ਤੋਂ ਬਿਨਾਂ ਉਸਨੇ 1 ਮਹੀਨਾ ਕਿਵੇਂ ਗੁਜ਼ਾਰਿਆ ਹੋਵੇਗਾ। ਮੈਂ ਵਾਪਸ ਜਾਂਦੇ ਹੀ ਸਭ ਤੋਂ ਪਹਿਲਾਂ ਘਰ ਫ਼ੋਨ ਕੀਤਾ। ਮੇਰੀ ਪਤਨੀ ਸੁੱਖੀ ਨੇ ਫ਼ੋਨ ਚੱਕਿਆ ਅਤੇ ਉਹ ਬਹੁਤ ਪਰੇਸ਼ਾਨ ਸੀ ਕਿ ਮੈਂ ਇੰਨੇ ਦਿਨਾਂ ਤੱਕ ਉਹਨਾਂ ਨਾਲ ਕੋਈ ਵੀ ਗੱਲ ਕਿਉਂ ਨਹੀਂ ਕੀਤੀ ਸੀ। ਸੁੱਖੀ ਨੇ ਰੋਂਦੇ-ਰੋਂਦੇ ਮੈਨੂੰ ਕਿਹਾ ਕਿ ਮਾਂ ਦਾ ਦੇਹਾਂਤ ਹੋ ਗਿਆ ਹੈ, ਮਾਂ ਦਾ ਅੰਤਿਮ ਸੰਸਕਾਰ ਹੋ ਚੁੱਕਿਆ ਹੈ। ਸੁੱਖੀ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹ ਗੱਲ ਮੈਂ ਸੋਚ ਵੀ ਨਹੀਂ ਸਕਦਾ ਸੀ। ਮਾਂ ਮੈਨੂੰ ਇੰਨੀ ਜਲਦੀ ਛੱਡ ਕੇ ਚਲੀ ਜਾਵੇਗੀ। ਇਸ ਗੱਲ 'ਤੇ ਯਕੀਨ ਕਰਨਾ ਮੇਰੇ ਲਈ ਮੁਸ਼ਕਲ ਹੋ ਗਿਆ ਸੀ। ਮੈਂ ਬਹੁਤ ਬੁਰੀ ਤਰ੍ਹਾਂ ਰੋਣ ਲੱਗਾ। ਦੂਜੇ ਪਾਸੇ ਸੁੱਖੀ ਵੀ ਬਹੁਤ ਰੋ ਰਹੀ ਸੀ ਅਤੇ ਨਾਲ ਮੈਨੂੰ ਦੱਸ ਰਹੀ ਸੀ ਕਿ ਮੈਂ ਤੁਹਾਨੂੰ ਫ਼ੋਨ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਇਸ ਲਈ ਮਜਬੂਰਨ ਮਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ ਸੀ। ਮੈਂ ਵਾਪਸ ਆਉਣਾ ਚਾਹੁੰਦਾ ਸੀ ਪਰ ਮੇਰੀ ਪਤਨੀ ਸੁੱਖੀ ਨੇ ਮੈਨੂੰ ਕਿਹਾ, ਹੁਣ ਤਾਂ ਮਾਂ ਦਾ ਅੰਤਿਮ ਸੰਸਕਾਰ ਵੀ ਹੋ ਚੁੱਕਿਆ ਹੈ, ਹੁਣ ਵਾਪਸ ਆ ਕੇ ਕੀ ਕਰੋਗੇ? ਤੁਸੀਂ ਉੱਥੇ ਹੀ ਰਹੋ ਤੇ ਆਪਣੀ ਨੌਕਰੀ ਬਰਕਰਾਰ ਰੱਖੋ। ਮੈਨੂੰ ਸੁੱਖੀ ਦੀ ਗੱਲ ਵੀ ਸਹੀ ਲੱਗੀ ਕਿਉਂਕਿ ਜੇ ਮੈਂ ਇੰਨੀ ਜਲਦੀ ਛੁੱਟੀ ਲੈਂਦਾ ਤਾਂ ਇਹ ਲੋਕ ਮੈਨੂੰ ਨੌਕਰੀ ਤੋਂ ਕੱਢ ਦਿੰਦੇ। ਪਰ ਮੇਰਾ ਇੱਥੇ ਬਿਲਕੁਲ ਵੀ ਦਿਲ ਨਹੀਂ ਲੱਗ ਰਿਹਾ ਸੀ। ਮੈਂ ਇੱਕ ਵਾਰ ਮਾਂ ਦੀ ਚਿਤਾ ਕੋਲ ਜਾਣਾ ਚਾਹੁੰਦਾ ਸੀ ਅਤੇ ਦਿਲ ਖੋਲ੍ਹ ਕੇ ਰੋਣਾ ਚਾਹੁੰਦਾ ਸੀ। ਇਸ ਲਈ ਮੈਂ ਸੁੱਖੀ ਨੂੰ ਬਿਨਾਂ ਦੱਸੇ ਹੀ ਆਪਣੇ ਘਰ ਵਾਪਸ ਆ ਗਿਆ ਤੇ ਉਹੀ ਹੋਇਆ ਜਿਸ ਦਾ ਡਰ ਸੀ। ਉਹਨਾਂ ਨੇ ਮੈਨੂੰ ਛੁੱਟੀ ਲੈਣ ਦੀ ਵਜ੍ਹਾ ਕਰਕੇ ਨੌਕਰੀ ਤੋਂ ਕੱਢ ਦਿੱਤਾ। ਪਰ ਹੁਣ ਮੈਨੂੰ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਹੀਂ ਸੀ ਕਿਉਂਕਿ ਮੈਂ ਇੰਨੀ ਮਿਹਨਤ ਆਪਣੀ ਮਾਂ ਲਈ ਹੀ ਤਾਂ ਕਰ ਰਿਹਾ ਸੀ। ਮੈਂ ਉਸ ਨੂੰ ਇੱਕ ਖੂਬਸੂਰਤ ਜ਼ਿੰਦਗੀ ਦੇਣਾ ਚਾਹੁੰਦਾ ਸੀ। ਪਰ ਜਦੋਂ ਹੁਣ ਮਾਂ ਹੀ ਨਹੀਂ ਰਹੀ ਜਿਸ ਦੇ ਲਈ ਮੈਂ ਇਹ ਸਭ ਕੁਝ ਕਰ ਰਿਹਾ ਸੀ, ਇਸ ਲਈ ਜਦੋਂ ਮੈਨੂੰ ਨੌਕਰੀ ਤੋਂ ਕੱਢਿਆ ਗਿਆ ਤਾਂ ਮੈਂ ਇਸ ਗੱਲ ਦੀ ਬਿਲਕੁਲ ਵੀ ਪਰਵਾਹ ਨਾ ਕੀਤੀ ਤੇ ਘਰ ਵਾਪਸ ਆ ਗਿਆ। ਸੁੱਖੀ ਮੈਨੂੰ ਅਚਾਨਕ ਦੇਖ ਕੇ ਹੈਰਾਨ ਹੋ ਗਈ। ਉਸਨੇ ਇੱਕ ਹੀ ਸਾਹ ਵਿੱਚ ਕਈ ਸਵਾਲ ਪੁੱਛੇ। ਉਸਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਫਿਕਰ ਸੀ ਕਿ ਕਿਤੇ ਮੇਰੀ ਨੌਕਰੀ ਤਾਂ ਨਹੀਂ ਚਲੀ ਗਈ। ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਨੌਕਰੀ ਛੱਡ ਕੇ ਆ ਗਿਆ ਹਾਂ ਤਾਂ ਉਸਨੇ ਬੜੀ ਹੈਰਾਨੀ ਨਾਲ ਮੇਰੇ ਵੱਲ ਵੇਖਿਆ। ਪਰ ਮੈਨੂੰ ਮਾਂ ਦੇ ਜਾਣ ਦਾ ਦੁੱਖ ਇੰਨਾ ਜ਼ਿਆਦਾ ਸੀ ਕਿ ਮੈਂ ਉਸਦੀ ਕਿਸੇ ਵੀ ਗੱਲ 'ਤੇ ਧਿਆਨ ਨਾ ਦਿੱਤਾ। ਮੈਨੂੰ ਇਸ ਗੱਲ ਦਾ ਦੁੱਖ ਸੀ ਕਿ ਮੈਂ ਆਖਰੀ ਵਾਰ ਆਪਣੀ ਮਾਂ ਨੂੰ ਨਹੀਂ ਮਿਲ ਸਕਿਆ। ਕੁਝ ਮਹੀਨੇ ਮੈਨੂੰ ਇੱਥੇ ਰਹਿੰਦਿਆਂ ਹੋਇਆਂ ਬੀਤ ਚੁੱਕੇ ਸਨ ਤੇ ਮੈਂ ਆਪਣੀ ਨਾਰਮਲ ਜ਼ਿੰਦਗੀ ਵੱਲ ਵਾਪਸ ਮੁੜ ਆਇਆ ਸੀ। ਸੁੱਖੀ ਮੈਨੂੰ ਰੋਜ਼ ਕਹਿੰਦੀ ਸੀ ਕਿ ਮੈਂ ਵਾਪਸ ਚਲਾ ਜਾਵਾਂ। ਹੁਣ ਮੈਂ ਵੀ ਇਸ ਬਾਰੇ ਸੋਚਣ ਲੱਗ ਗਿਆ ਸੀ। ਇੱਕ ਦਿਨ ਮੈਂ ਆਪਣੇ ਡਾਕਟਰ ਦੋਸਤ ਦੇ ਨਾਲ ਉਸਦੇ ਪਾਗਲਖਾਨੇ ਕਿਸੇ ਕੰਮ ਲਈ ਗਿਆ ਸੀ। ਇੱਕ ਕੋਨੇ ਵਿੱਚ ਬੈਠੀ ਹੋਈ ਇੱਕ ਪਾਗਲ ਔਰਤ ਨੂੰ ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਸੀ। ਜਦੋਂ ਮੈਂ ਉਸ ਔਰਤ ਦੇ ਨੇੜੇ ਗਿਆ ਤਾਂ ਉਸਦਾ ਚਿਹਰਾ ਵੇਖ ਕੇ ਮੇਰੇ ਹੋਸ਼ ਉੱਡ ਗਏ ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਬਲਕਿ ਮੇਰੀ ਮਾਂ ਸੀ, ਜਿਸ ਦੇ ਬਾਰੇ ਵਿੱਚ ਮੇਰੀ ਪਤਨੀ ਦਾ ਕਹਿਣਾ ਸੀ ਕਿ ਉਹ ਮਰ ਚੁੱਕੀ ਹੈ। ਮੈਂ ਮਾਂ ਦੇ ਪੈਰਾਂ ਵਿੱਚ ਡਿੱਗ ਪਿਆ। ਮੈਂ ਮਾਂ ਨੂੰ ਦੇਖਦੇ ਹੀ ਪਹਿਚਾਣ ਗਿਆ ਸੀ। ਉਹ ਮੇਰੇ ਗਲੇ ਨਾਲ ਲੱਗ ਕੇ ਬੁਰੀ ਤਰ੍ਹਾਂ ਰੋਣ ਲੱਗੀ ਸੀ। ਮੇਰਾ ਦਿਲ ਦਰਦ ਨਾਲ ਫਟਿਆ ਜਾ ਰਿਹਾ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਸੁੱਖੀ ਨੇ ਮੈਨੂੰ ਇੰਨਾ ਵੱਡਾ ਝੂਠ ਕਿਉਂ ਬੋਲਿਆ। ਜਦੋਂ ਮੈਂ ਮਾਂ ਨੂੰ ਗੱਲ ਨਾਲ ਲਾਇਆ ਤਾਂ ਇਹ ਸਾਰਾ ਸੀਨ ਦੇਖ ਕੇ ਮੇਰਾ ਦੋਸਤ ਵੀ ਹੈਰਾਨ ਸੀ। ਜਦੋਂ ਮੈਂ ਆਪਣੇ ਦੋਸਤ ਨੂੰ ਦੱਸਿਆ ਕਿ ਇਹ ਮੇਰੀ ਮਾਂ ਹੈ ਤਾਂ ਉਹ ਵੀ ਹੈਰਾਨ ਰਹਿ ਗਿਆ ਅਤੇ ਮੈਂ ਮਾਂ ਨੂੰ ਨਾਲ ਲੈ ਕੇ ਜਲਦੀ ਘਰ ਆ ਗਿਆ। ਮੈਨੂੰ ਅਤੇ ਮਾਂ ਨੂੰ ਘਰ ਵੜਦਿਆਂ ਦੇਖ ਸੁੱਖੀ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਸਾਨੂੰ ਦੋਹਾਂ ਨੂੰ ਹੈਰਾਨ ਹੋ ਕੇ ਬਸ ਦੇਖੀ ਜਾ ਰਹੀ ਸੀ। ਸੁੱਖੀ ਮੇਰੀਆਂ ਅੱਖਾਂ ਨੂੰ ਦੇਖ ਕੇ ਸਭ ਸਮਝ ਗਈ ਸੀ। ਮੈਂ ਮਾਂ ਨੂੰ ਉਸਦੇ ਕਮਰੇ ਵਿੱਚ ਬਿਠਾਇਆ ਤੇ ਬਾਹਰ ਆ ਕੇ ਸੁੱਖੀ ਨੂੰ ਕਿਹਾ, ਇਹ ਸਭ ਕੀ ਸੀ? ਸੁੱਖੀ ਅੱਖਾਂ ਨੂੰ ਝੁਕਾ ਕੇ ਖੜੀ ਹੋਈ ਸੀ। ਮੈਂ ਸਮਝ ਗਿਆ ਸੀ ਇਹ ਸਭ ਤੂੰ ਜਾਣ-ਬੁੱਝ ਕੇ ਕੀਤਾ ਹੈ। ਮੈਂ ਬਹੁਤ ਗੁੱਸੇ ਵਿੱਚ ਸੀ ਅਤੇ ਸੁੱਖੀ ਨੂੰ ਕਿਹਾ, ਤੂੰ ਮੇਰੇ ਘਰੋਂ ਨਿਕਲ ਜਾ, ਨਹੀਂ ਤਾਂ ਮੈਂ ਤੇਰੀ ਬਾਂਹ ਫੜ ਕੇ ਘਰੋਂ ਬਾਹਰ ਕੱਢ ਦੇਵਾਂਗਾ। ਮੇਰੀ ਗੱਲ ਸੁਣ ਕੇ ਸੁੱਖੀ ਮੇਰੇ ਪੈਰਾਂ 'ਤੇ ਡਿੱਗ ਪਈ ਅਤੇ ਆਪਣੇ ਕੀਤੇ ਦੀ ਮਾਫ਼ੀ ਮੰਗਣ ਲੱਗੀ। ਉਹ ਮੈਨੂੰ ਕਹਿ ਰਹੀ ਸੀ ਕਿ ਮਾਂ ਦਾ ਸੁਭਾਅ ਬਹੁਤ ਚਿੜਚਿੜਾ ਹੋ ਗਿਆ ਸੀ ਅਤੇ ਉਸਨੂੰ ਬਰਦਾਸ਼ਤ ਕਰਨਾ ਹੁਣ ਬਹੁਤ ਮੁਸ਼ਕਲ ਹੋ ਗਿਆ ਸੀ। ਇਸ ਲਈ ਮਜਬੂਰਨ ਮੈਨੂੰ ਇਹ ਕਦਮ ਚੁੱਕਣਾ ਪਿਆ ਅਤੇ ਮੈਂ ਸੁੱਖੀ ਨੂੰ ਬਹੁਤ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਂ ਉਸ 'ਤੇ ਭਰੋਸਾ ਕਰਕੇ ਮਾਂ ਨੂੰ ਛੱਡ ਕੇ ਚਲਾ ਗਿਆ ਸੀ। ਮੈਂ ਸੁੱਖੀ ਨੂੰ ਉਸਦੇ ਪੇਕੇ ਘਰ ਵਾਪਸ ਭੇਜ ਦਿੱਤਾ ਅਤੇ ਕਿਹਾ ਕਿ ਉਸਨੇ ਮੇਰਾ ਭਰੋਸਾ ਤੋੜਿਆ ਹੈ, ਇਸ ਲਈ ਉਸਨੂੰ ਮਾਫ਼ ਕਰਨਾ ਮੇਰੇ ਵੱਸ ਵਿੱਚ ਨਹੀਂ ਹੈ। ਮੈਂ ਆਪਣੀ ਮਾਂ ਨੂੰ ਯਕੀਨ ਦਿਵਾਇਆ ਕਿ ਹੁਣ ਮੈਂ ਕਿਤੇ ਵੀ ਨਹੀਂ ਜਾਵਾਂਗਾ। ਮਾਂ ਹੌਲੀ-ਹੌਲੀ ਠੀਕ ਹੋਣ ਲੱਗੀ।
ਅਤੇ ਇੱਕ ਦਿਨ ਮੇਰੀ ਮਾਂ ਬਿਲਕੁਲ ਠੀਕ ਹੋ ਗਈ। ਹੁਣ ਮਾਂ ਨੇ ਮੈਨੂੰ ਕਿਹਾ ਕਿ ਮੈਂ ਸੁੱਖੀ ਨੂੰ ਘਰ ਵਾਪਸ ਲੈ ਆਵਾਂ, ਪਰ ਮੈਂ ਇਸ ਗੱਲ ਲਈ ਰਾਜ਼ੀ ਨਹੀਂ ਸੀ। ਪਰ ਮਾਂ ਨੇ ਮੈਨੂੰ ਆਪਣੀ ਸਹੁੰ ਦੇ ਕੇ ਇਹ ਗੱਲ ਮਨਵਾ ਲਈ ਅਤੇ ਮੈਂ ਸੁੱਖੀ ਨੂੰ ਲੈ ਕੇ ਘਰ ਆ ਗਿਆ। ਪਰ ਆਪਣੀ ਮਾਂ ਦੇ ਸਾਰੇ ਕੰਮ ਮੈਂ ਆਪਣੇ ਹੱਥਾਂ ਨਾਲ ਕਰਦਾ ਸੀ। ਮੈਂ ਇੱਥੇ ਹੀ ਰਹਿ ਕੇ ਨੌਕਰੀ ਕਰਨ ਦਾ ਫੈਸਲਾ ਕੀਤਾ, ਕਿਉਂਕਿ ਮੈਨੂੰ ਸਾਰੀ ਦੁਨੀਆ ਤੋਂ ਜ਼ਿਆਦਾ ਆਪਣੀ ਮਾਂ ਦੀ ਫਿਕਰ ਸੀ। ਹੁਣ ਮੈਂ ਮਾਂ ਦੇ ਮਾਮਲੇ ਵਿੱਚ ਕਿਸੇ 'ਤੇ ਵੀ ਭਰੋਸਾ ਨਹੀਂ ਕਰ ਸਕਦਾ ਸੀ। ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਵੀ ਕਰਿਓ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰਿਓ। ਅਤੇ ਹਾਂ ਦੋਸਤੋ, ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਅਤੇ ਬੈਲ ਬਟਨ ਨੂੰ ਵੀ ਜ਼ਰੂਰ ਦਬਾ ਦੇਣਾ, ਤਾਂ ਜੋ ਤੁਸੀਂ ਸਾਡੀਆਂ ਆਉਣ ਵਾਲੀਆਂ ਨਵੀਆਂ ਅਤੇ ਦਿਲਚਸਪ ਕਹਾਣੀਆਂ ਨੂੰ ਦੇਖ ਸਕੋ। ਪੂਰੀ ਕਹਾਣੀ ਦੇਖਣ ਲਈ ਧੰਨਵਾਦ ਜੀ।